ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਦਿ ਵਾਹਿਗੁਰੂ ਜੁਗਾਦਿ ਵਾਹਿਗੁਰੂ। ਆਦਿ ਵਾਹਿਗੁਰੂ ਜੁਗਾਦਿ ਵਾਹਿਗੁਰੂ। ਹੈਪੀ ਵਾਹਿਗੁਰੂ ਹੋਸੀ ਵਾਹਿਗੁਰੂ। ਹੈਪੀ ਵਾਹਿਗੁਰੂ ਹੋਸੀ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸ਼ਾਮਾਂ ਦੀ ਕਲਾਸ ਦੇ ਵਿੱਚ ਆਪਾਂ ਹਰ ਰੋਜ਼ ਨਿਰਮਲ ਪੰਥ ਦੀ ਗੌਰਵ ਗਾਥਾ, ਉਹਨਾਂ ਕਮਾਈ ਵਾਲੇ ਮਹਾਂਪੁਰਖਾਂ ਦੇ ਜੀਵਨ ਸਰਵਣ ਕਰਦੇ ਹਾਂ। ਹਰ ਰੋਜ਼ ਆਪ ਸੰਗਤ ਕੁਟੀਆ ਤੇ ਅਥਵਾ ਲਾਈਵ ਜੁੜ ਕੇ ਉਹਨਾਂ ਮਹਾਂਪੁਰਖਾਂ ਦੀਆਂ, ਬਜ਼ੁਰਗਾਂ ਦੀਆਂ, ਸਾਡੇ ਵੱਡ ਵਡੇਰਿਆਂ ਦੀਆਂ ਕੀਤੀਆਂ ਹੋਈਆਂ ਕਾਲ ਕਮਾਈਆਂ ਅੱਜ ਅਸੀਂ ਆਪਣੇ ਗੁਰਦੁਆਰਿਆਂ ਦੇ ਅੰਦਰ ਗੁਰ ਇਤਿਹਾਸ, ਸੇਵਾਵਾਂ ਅਥਵਾ ਕਥਾ ਕੀਰਤਨ ਦਾ ਜੋ ਪ੍ਰਵਾਹ ਚੱਲ ਰਿਹਾ ਹੈ, ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਲੋਕ ਗਮਨ ਕਰਨ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਬਾਅਦ ਬਹੁਤ ਜ਼ਿਆਦਾ ਹਿੰਦੁਸਤਾਨ ਤੇ ਬੇਅੰਤ ਸਾਧ ਸੰਗਤ ਪਹਾੜ ਟੁੱਟਦੇ ਰਹੇ, ਪਰ ਗੁਰੂ ਮਹਾਰਾਜ ਦੇ ਪਾਏ ਹੋਏ ਪੂਰਨਿਆਂ ਤੇ ਸਿੰਘ ਸੂਰਮੇ ਬਹਾਦਰ ਅਥਵਾ ਨਿਰਮਲੇ ਮਹਾਤਮਾ ਮਹਾਂਪੁਰਖ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਆਪਣਾ ਹੱਥ ਰੱਖਿਆ, ਉਦੋਂ ਤੋਂ ਲੈ ਕੇ ਹੀ ਸੇਵਾਵਾਂ ਵਿੱਚ ਲੱਗੇ ਹੋਏ, ਲਗਾਤਾਰ ਨਿਰੰਤਰ ਹਰੇਕ ਖੇਤਰ ਦੇ ਵਿੱਚ ਸੰਗਤ ਦੀ ਸੇਵਾ, ਸੰਗਤ ਨੂੰ ਉਪਦੇਸ਼, ਗੁਰੂ ਨਾਨਕ ਦੇ ਘਰ ਦਾ ਪੰਧ ਮਾਰਗ ਜੋ ਹੈ ਵਿਦਵਤਾ ਦੁਆਰਾ ਜਦੋਂ ਵੀ ਕੋਈ ਐਸਾ ਸਮਾਂ ਬਣਿਆ, ਵਿਦਵਾਨ ਮਹਾਤਮਾ ਮਹਾਂਪੁਰਖਾਂ ਨੇ ਹਰੇਕ ਸਮੇਂ ਗੁਰੂ ਘਰ ਦੀਆਂ ਸੇਵਾਵਾਂ ਲਈ ਤਤਪਰ ਹੋਣਾ ਕੀਤਾ। ਸੋ ਆਪ ਜੀ ਸਾਰੇ ਇਹ ਪ੍ਰਸੰਗ ਹਰ ਰੋਜ਼ ਸਰਵਣ ਕਰਦੇ ਹੋ। ਕਿਤਨੇ ਧਾਰਮਿਕ ਪੁਸਤਕਾਂ, ਗ੍ਰੰਥਾਂ ਦੀ ਰਚਨਾ ਕੀਤੀ, ਜੋ ਕਿ ਅੱਜ ਵੀ ਉੱਚ ਕੋਟੀ ਦੇ ਵਿਦਵਾਨ ਇਹਨਾਂ ਗ੍ਰੰਥਾਂ, ਪੁਸਤਕਾਂ ਨੂੰ ਪੜ੍ਹ ਕੇ ਸੰਗਤ ਦੇ ਵਿੱਚ ਗੁਰਬਾਣੀ ਤੇ ਗੁਰ ਇਤਿਹਾਸ ਨੂੰ ਪ੍ਰਚਾਰਦੇ ਨੇ। ਉਹਨਾਂ ਕਵਾਈ ਵਾਲੇ ਮਹਾਂਪੁਰਖਾਂ ਦੀਆਂ ਜੀਵਨ ਸਾਖੀਆਂ ਆਪਾਂ ਸੁਣ ਰਹੇ ਹਾਂ। ਪ੍ਰਸੰਗ ਚੱਲ ਰਿਹਾ ਸਤਿਕਾਰਯੋਗ ਬਾਬਾ ਜੀ, ਬਾਬਾ ਵੀਰ ਸਿੰਘ ਜੀ ਮਹਾਂਪੁਰਖ ਦਰੰਗਾਬਾਦ ਵਾਲੇ,
ਜਿਨ੍ਹਾਂ ਦੀ ਕਮਾਈ ਆਪ ਜੀ ਨੇ ਸੁਣੀ ਹੈ, ਉਹਨਾਂ ਦੀ ਸੇਵਾ, ਉਹਨਾਂ ਦੀ ਕਾਲਣਾ, ਉਹਨਾਂ ਦਾ ਧੀਰਜ, ਉਹਨਾਂ ਦੀਆਂ ਸੇਵਾਵਾਂ ਆਪ ਜੀ ਹਰ ਰੋਜ਼ ਸਰਵਣ ਕਰ ਰਹੇ ਹੋ। ਕੱਲ ਮਹਾਂਪੁਰਖਾਂ ਦਾ ਪਾਵਨ ਪਵਿੱਤਰ ਸਰੀਰ ਉਸ ਵਾਹਿਗੁਰੂ ਜੀ ਵਿੱਚ ਅਭੇਦ ਹੋ ਗਿਆ। ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ। ਗੁਰਬਾਣੀ ਦੇ ਕੀਰਤਨ ਨੂੰ ਸੁਣਦਿਆਂ ਸੁਣਦਿਆਂ ਉਸ ਵਾਹਿਗੁਰੂ ਜੀ ਵਿੱਚ ਅਭੇਦ ਹੋ ਗਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ज्योति ज्योत रली, संपूर्ण थिया राम। पवने में पवन समाया, ज्योति में ज्योत रल जाया। उस ब्रह्म विच उन्हां दी ज्योत अभेद हो गई। कहनी ते करनी दे पूरे महान सूरे महापुरख बाबा जी बाबा वीर सिंह जी ज्योति ज्योत समा गए। ये प्रसंग आप जी सरवण कर रहे सी। अगे उन्हां तो सत्कारयोग बाबा जी बाबा महाराज सिंह जी, जिन्हां नूं अगलियां सेवावां सौंप के कल आप जी ने सुनिया सी कि महापुरखां दे नेत्र ज्यों उन्हां दी जिहड़ी आत्मक शक्ति सी थल्लियों लैके हौली 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 जदों नेत्रां च आई, महापुरखां ने नेत्र भर के महाराज सिंह जी वाल देखिया। बस वो नेत्रां थाणी जोत जिहड़ी सी वो बाबा जी बाबा महाराज सिंह जी विच प्रवेश होई। शायद इन्हां गल्लां नूं अज साइंस नूं कोई ना पता होवे, साइंस मन्ने ना मन्ने, परंतु गुरसिੱਖੀ दे खेतर विच सेवक गुरु का रूप हुंदा है, सिख गुरु का रूप हुंदा है, ते गुरु सिख रूप हो जाता है। हर हर जन दोई एक है, बिब विचार कछ नाहे। जल ते उपज तरंग, ज्यों जल ही बिखर समाहे। हर ते हर दा जन, गुरु दा सिख ते शब्द एक स्वरूप हो जाते हैं। सो उन्हां कमाई वालियां दे आप जी इतिहास सरवण कर रहे हो, वडभागे हो। आओ पहले फतेह प्रवान करो सारी संगत, आखो जी वाहिगुरु जी का खालसा वाहिगुरु जी की फतेह। 27 विसाख संमत 1901 बिक्रमी दिन मंगलवार नूं सतलुज दे किनारे 76 वर्ष की आयु विच निराकार ब्रह्म नाल ब्रह्म लीन हो गए। बाबा महाराज सिंह, भाई जोत सिंह अकाल बुंगे वाले, भाई मक्खण सिंह श्री दरबार साहब अमृतसर दे सेवादार अते सरदार जवाहर सिंह नलूआ, चौहां ने पलंग चुक लिया अते सतलुज विच महापुरखां दा पावन पवित्र शरीर जल प्रवाह कर दिता। इस समय बाबा जी दे श्रद्धालु भी अते बाबा जी दे कातल भी बाबा जी नूं याद करके दोनों रो रहे सन। कातल कह रहे सी, साथों जीवन विच सब तो वड्डा अत्याचार होया है। असी अपने पैरां ते आप कुहाड़ा मारिया है। असी बाबा जी दे अंतम दर्शनां दी भीख मंगदे हां। फिर पलंग लाया गया, मुख तो दुपट्टा उतार के सब नूं दर्शन करा दिते। बाबा जी दे मुख दी लाली दग दग कर रही सी। मुड़ संगतां अथाह वैराग करन लगियां। पलंग उठाया गया। सतलुज विच जल प्रवाह करन तो पहलां अरदास कीती गई। मुड़ पलंग जल प्रवाह कर दिता गया।
ਬਾਬਾ ਜੀ ਦਾ ਪਲੰਗ 1.5 ਕੋਹ ਜਾ ਕੇ ਮੁੱਠਿਆਂ ਵਾਲੇ ਦੇ ਨੇੜੇ ਬੂਝਿਆਂ ਵਿੱਚ ਅੜ ਗਿਆ। ਭਾਈ ਗੰਡਾ ਸਿੰਘ ਨਿਹੰਗ ਸਿੰਘ ਨੂੰ ਬਾਬਾ ਜੀ ਨੇ ਸੁਪਨੇ ਵਿੱਚ ਦੱਸਿਆ ਕਿ ਸਾਡਾ ਪਲੰਗ ਮੁੱਠਿਆਂ ਵਾਲੇ ਦੇ ਨੇੜੇ ਹੈ, ਉਸ ਨੂੰ ਕੱਢ ਕੇ ਸੰਸਕਾਰ ਕਰ ਦਿਓ। ਭਾਈ ਗੰਡਾ ਸਿੰਘ ਨਿਹੰਗ ਸਿੰਘ ਨੇ ਬਾਬਾ ਜੀ ਦਾ ਸਰੀਰ ਕੱਢ ਕੇ ਬਾਬਾ ਮਹਾਰਾਜ ਸਿੰਘ, ਸਰਦਾਰ ਜਵਾਹਰ ਸਿੰਘ, ਸੰਤ ਫੂਲਾ ਸਿੰਘ, ਭਾਈ ਮੋਹਰ ਸਿੰਘ ਨੂੰ ਦੱਸਿਆ ਕਿ ਬਾਬਾ ਜੀ ਦਾ ਪਵਿੱਤਰ ਸਰੀਰ ਮਿਲ ਗਿਆ ਹੈ। ਸਰਦਾਰ ਜਵਾਹਰ ਸਿੰਘ ਨਹੀਂ ਆਇਆ। ਉਸਨੇ ਕਿਹਾ, ਸਾਨੂੰ ਬਾਬਾ ਜੀ ਦਾ ਹੁਕਮ ਜਲ ਪ੍ਰਵਾਹ ਕਰਨ ਦਾ ਸੀ, ਅਸੀਂ ਆਗਿਆ ਦਾ ਪਾਲਣ ਕਰ ਦਿੱਤਾ ਹੈ, ਹੁਣ ਤੁਸੀਂ ਜਿਵੇਂ ਇੱਛਾ ਹੈ ਕਰੋ। ਨਾਲ ਹੀ ਬਾਬਾ ਜੀ ਵਾਸਤੇ ਕੱਪੜੇ ਦਾ ਇੱਕ ਥਾਨ ਅਤੇ 25 ਰੁਪਏ ਕੜਾਹ ਪ੍ਰਸ਼ਾਦ ਦੀ ਦੇਗ ਲਈ ਭੇਜ ਦਿੱਤੇ। ਭਾਈ ਗੰਡਾ ਸਿੰਘ ਜੀ ਨੇ ਸੰਸਕਾਰ ਕਰਕੇ ਫੁੱਲ ਚੁਣ ਕੇ ਇੱਕ ਗਾਗਰ ਵਿੱਚ ਪਾ ਲਏ ਅਤੇ ਸਰਦਾਰ ਜਵਾਹਰ ਸਿੰਘ ਕੋਲ ਭੇਜ ਦਿੱਤੇ। ਸਰਦਾਰ ਜੀ ਨੇ ਫੁੱਲਾਂ ਨੂੰ ਸੰਭਾਲ ਲਿਆ ਅਤੇ ਕਿਹਾ, ਮੇਰੇ ਧੰਨ ਭਾਗ, ਬਾਬਾ ਜੀ ਦਾ ਇਸ ਰੂਪ ਵਿੱਚ ਵੀ ਮੇਰੇ ਘਰ ਆਏ ਹਨ। ਅਨੇਕ ਪਿੰਡਾਂ ਦੇ ਲੋਕਾਂ ਬਾਬਾ ਜੀ ਦੇ ਅੰਗੀਠੇ ਦੀ ਵਿਭੂਤੀ ਲੈ ਲਈ। ਮੈਂ ਅੱਗੇ ਵੀ ਆਪ ਜੀ ਨੂੰ ਕਈ ਵਾਰ ਇਤਿਹਾਸ ਸੁਣਾਇਆ ਹੈ ਕਿ ਸਤਿਕਾਰਯੋਗ ਬਾਬਾ ਜੀ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਬੇਅੰਤ ਗੁਰਦੁਆਰਿਆਂ ਦੀਆਂ ਸੇਵਾਵਾਂ ਕਰਵਾਈਆਂ, ਗੋਇੰਦਵਾਲ ਸਾਹਿਬ ਦਾ ਸਾਰਾ ਲੰਮਾ ਪੁਲ ਜੋ ਦੁਆਬੇ ਤੇ ਮਾਝੇ ਨੂੰ ਜੋੜਦਾ ਮਹਾਂਪੁਰਖਾਂ ਨੇ ਸ਼ੁਰੂਆਤ ਕਰਵਾਈ ਔਰ ਤਿਆਰ ਕਰਵਾਇਆ। ਦਾਸ ਬਚਪਨ ਵਿੱਚ ਇਹਨਾਂ ਦੀ ਸੰਗਤ ਕਰਦਾ ਰਿਹਾ, ਨਾਲ ਥੋੜੀ ਸੇਵਾ ਕਰਦਾ ਰਿਹਾ। ਜਦੋਂ ਇਹਨਾਂ ਮਹਾਂਪੁਰਖਾਂ ਦਾ ਵੀ ਸਰੀਰ ਪੂਰਾ ਹੋਇਆ ਤੇ ਅੰਗੀਠਾ ਜਦੋਂ ਸਾਧ ਸੰਗਤ ਚੁਗਣ ਲੱਗੇ, ਸਾਰੇ ਮਹਾਂਪੁਰਖਾਂ ਦੇ ਸਰੀਰ ਦੀ ਵੀ ਸੰਗਤ ਨੂੰ ਚੁਟਕੀ ਚੁਟਕੀ ਆਈ ਕਿ ਲੋਕ ਵਡਭਾਗੇ ਮੰਨਦੇ ਸਨ ਆਪਣੇ ਆਪ ਨੂੰ ਕਿ ਮਹਾਂਪੁਰਖਾਂ ਦਾ ਇੱਕ ਕਮਾਈ ਵਾਲਾ, ਸੇਵਾ ਵਾਲਾ ਪਵਿੱਤਰ ਸਰੀਰ ਹੈ। ਇਸ ਦੀ ਰਾਖ ਵੀ ਜਿਹੜੀ ਹੈ ਉਹ ਵੀ ਪੂਜਣਯੋਗ ਹੈ। ਭਾਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਿਸੇ ਤੋਂ ਨਮਸਕਾਰ ਨਹੀਂ ਕਰਵਾਈ, ਬੜੇ ਖਾੜਕੂ ਸੁਭਾਅ ਸਨ, ਪਰੰਤੂ ਫਿਰ ਵੀ ਸੰਗਤਾਂ ਨੇ ਅੰਗੀਠਾ ਸਾਹਿਬ ਤੋਂ ਚੁਟਕੀ ਚੁਟਕੀ ਰਾਖ ਦੀ ਲੈ ਕੇ ਮਸਤਕ ਤੇ ਲਗਾਈ, ਪੱਲਿਆਂ ਨਾਲ ਬੰਨੀ। ਕੋਈ ਪੁੱਛੇ ਵੀ ਇਹ ਕੀ ਹੈ, ਰਾਖ ਤੋਂ ਕੀ ਲੈਣਾ ਹੈ? ਸਤਿਕਾਰਯੋਗ ਸਾਧ ਸੰਗਤ, ਜਿਨ੍ਹਾਂ ਦਾ ਸਰੀਰ ਸੇਵਾ ਤੇ ਸਿਮਰਨ ਨਾਲ ਪਵਿੱਤਰ ਹੋ ਜਾਂਦਾ ਹੈ ਨਾ, ਉਹਨਾਂ ਦੇ ਤਨ ਦੇ ਪਾਏ ਹੋਏ ਕੱਪੜਿਆਂ ਨੂੰ ਜਦੋਂ ਨਮਸਕਾਰ ਕਰੀਏ ਨਾ ਤੇ ਨਾਮ ਚੱਲ ਪੈਂਦਾ। ਉਹਨਾਂ ਦੇ ਸ਼ਸਤਰ ਬਸਤਰ, ਉਹਨਾਂ ਦੇ ਕੇਸ ਅਥਵਾ ਉਹਨਾਂ ਦੀ ਕੋਈ ਵੀ ਵਸਤੂ ਹੈ, ਸਾਧ ਸੰਗਤ ਜਦੋਂ ਪਿਆਰੇ ਦੀ ਵਸਤੂ ਦੇ ਦਰਸ਼ਨ ਕਰੀਏ ਨਾ ਤੇ ਪਿਆਰੇ ਦੀ ਯਾਦ ਆ ਜਾਂਦੀ ਹੈ, ਉਸ ਦੇ ਦਰਸ਼ਨ ਹੋ ਜਾਂਦੇ ਹਨ। ਇਵੇਂ ਹੀ ਬਾਬਾ ਜੀ ਦੇ ਉਸ ਅੰਗੀਠੇ ਦੀ ਵਿਭੂਤੀ ਲੋਕ ਆਸ-ਪਾਸ ਨਗਰਾਂ ਤੋਂ ਲੈ ਗਏ, ਸ਼ਰਧਾ ਭਾਵਨਾ ਨਾਲ ਵਡਭਾਗੇ ਹੋਏ। ਨਰੰਗਾਬਾਦ, ਰੱਤੋ ਕੀ ਗੱਗੋ ਬੂਆ, ਦਮਦਮਾ ਸਾਹਿਬ, ਠੱਠਾ ਟਿੱਬਾ ਵਿੱਚ ਬਾਬਾ ਜੀ ਦੀ ਯਾਦ ਵਿੱਚ ਸਥਾਨ ਬਣਾਏ ਗਏ। ਮੁੱਠਿਆਂ ਵਾਲੇ ਵੀ ਅੰਗੀਠਾ ਬਣਾਇਆ ਗਿਆ। ਬੁੱਧੀਵਾਨ ਚੰਗੇ ਕੰਮ ਤੇ ਮਾਣ ਕਰਦੇ ਹਨ, ਪਰ ਮਲੇਸ਼ ਪੰਥੀਏ ਬੁਰਸ਼ੇ ਸਿੱਖ ਡੋਗਰਿਆਂ ਦੇ ਆਖੇ ਲੱਗ ਕੇ ਪੰਥ ਦੀ ਪਰ ਉਪਕਾਰੀ ਆਤਮਾ, ਬ੍ਰਹਮਨੇਸ਼ਟੀ ਬ੍ਰਹਮ ਗਿਆਨੀ ਸਤਿਕਾਰਯੋਗ ਬਾਬਾ ਜੀ ਬਾਬਾ ਵੀਰ ਸਿੰਘ ਜੀ ਨੂੰ ਮਾਰਨ ਦੇ ਪਾਪ ਕਰਨ ਤੇ ਵੀ ਮਾਣ ਕਰਦੇ ਸਨ। ਕੌਮੀ ਕਵੀ ਸ਼ਾਹ ਮੁਹੰਮਦ ਦੇ ਕਥਨ ਅਨੁਸਾਰ ਵੀਰ ਸਿੰਘ ਰਿਆ ਡਾ ਤੋਪਾਂ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਪਰ ਬਾਬਾ ਜੀ ਨੂੰ ਮਾਰਨ ਵਾਲੀ ਫੌਜ ਦਾ ਨਾਮ ਗੁਰੂ ਮਾਰੀ ਪੈ ਗਿਆ। ਇਹਨਾਂ ਨੂੰ ਪਿੰਡਾਂ ਵਿੱਚ ਕਿਸੇ ਨੇ ਮੂੰਹ ਨਹੀਂ ਲਾਇਆ। ਇਹ ਲੋਕ ਪਰਲੋਕ ਗਵਾ ਕੇ ਨਰਕਾਂ ਦੇ ਅਧਿਕਾਰੀ ਬਣੇ।
ਪਰ ਬਾਬਾ ਜੀ ਨੂੰ ਮਾਰਨ ਵਾਲੀ ਫੌਜ ਬਾਬਾ ਜੀ ਦੀ ਸ਼ਹੀਦੀ ਤੇ ਅੰਗਰੇਜ਼ਾਂ ਨੇ ਅਤਿਅੰਤ ਖੁਸ਼ੀ ਮਨਾਈ, ਜਿਸ ਕਰਕੇ ਬਾਬਾ ਵੀਰ ਸਿੰਘ ਜੀ ਨਾਲ ਹੋਈ ਲੜਾਈ ਬਾਰੇ ਉੱਤਰੀ ਪੱਛਮੀ ਸਰਹੱਦ ਦੇ ਗਵਰਨਰ ਜਨਰਲ ਦੇ ਏਜੰਟ ਰਿਚਮੰਡ ਨੇ ਆਪਣੇ 8 ਅਪ੍ਰੈਲ 1844 ਦੇ ਪੱਤਰ ਵਿੱਚ ਭਾਰਤ ਸਰਕਾਰ ਨੂੰ ਸਾਰਾ ਵੇਰਵਾ ਇਸ ਤਰ੍ਹਾਂ ਲਿਖ ਕੇ ਭੇਜਿਆ। ਬਾਬਾ ਵੀਰ ਸਿੰਘ ਜੀ ਦਾ ਅਕਾਲ ਚਲਾਣਾ ਵੱਲੋਂ ਏਜੰਟ ਗਵਰਨਰ ਜਨਰਲ ਉੱਤਰੀ ਪੱਛਮੀ ਸਰਹੱਦ ਸੇਵਾ ਵਿਖੇ ਐਫ ਕਿਊਰੀ ਐਸਕੁਆਇਰ ਸਕੱਤਰ ਭਾਰਤ ਸਰਕਾਰ ਵੋਟ ਵਿਲੀਅਮ। ਸ਼੍ਰੀਮਾਨ ਜੀ, ਮੈਂ ਲਾਹੌਰ ਤੋਂ ਇਸ ਮਹੀਨੇ ਦੀ 8 ਤਰੀਕ ਤੱਕ ਦੀ ਖਬਰ ਦੱਸ ਰਿਹਾ, ਜਿਸ ਤੋਂ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਕਿ ਸਰਦਾਰ ਅਤਰ ਸਿੰਘ ਸੰਧਾਂਵਾਲੀਏ ਦੀ ਰਾਜਾ ਹੀਰਾ ਸਿੰਘ ਦੀ ਪਦਵੀ ਤੱਕ ਪਹੁੰਚ ਸਕਣ ਦੀ ਵਿਰੋਧਤਾ, ਜਿਹੜੀ ਕਿ ਸ਼ਾਇਦ ਉਸਨੇ ਸੋਚੀ ਸੀ, ਖਤਮ ਹੋ ਗਈ। ਰਾਜੇ ਨੇ ਆਪਣੀਆਂ ਫੌਜਾਂ ਨੂੰ ਉਹਨਾਂ ਵਿਰੁੱਧ ਲੜਨ ਲਈ ਸੁਚੇਤ ਕਰ ਦਿੱਤਾ, ਜਿਹੜੇ ਕਿ ਮਹਾਰਾਜ ਦਾ ਤਖਤ ਉਲਟ ਪੁਲਟ ਕਰਨ ਆਏ ਸਨ। ਰਾਜੇ ਨੇ ਫੌਜਾਂ ਨੂੰ ਇਨਾਮ ਅਤੇ ਮਾਣ ਦੇਣ ਦਾ ਵਾਅਦਾ ਕੀਤਾ। ਇੰਜ ਪ੍ਰਤੀਤ ਹੁੰਦਾ ਹੈ ਕਿ ਉਸਨੇ ਉਹਨਾਂ ਨੂੰ ਇਹ ਕਹਿ ਕੇ ਵੀ ਉਕਸਾਇਆ ਕਿ ਸਰਦਾਰ ਸਾਡੇ ਨਾਲ ਮਿਲਿਆ ਹੋਇਆ ਸੀ। ਜਿੱਥੋਂ ਤੱਕ ਭਾਈ ਬਾਬਾ ਵੀਰ ਸਿੰਘ ਜੀ ਦਾ ਸੰਬੰਧ ਹੈ, ਰਾਜਾ ਇਸ ਗੱਲ ਤੇ ਅੜਿਆ ਹੋਇਆ ਸੀ, ਕਿਉਂਕਿ ਬਾਬਾ ਵੀਰ ਸਿੰਘ ਭਗਤੀ ਦੇ ਰਸਤੇ ਤੇ ਦੁਰੇਡੇ ਚਲੇ ਗਏ ਹਨ। ਉਹਨਾਂ ਨੇ ਸਰਕਾਰੀ ਮਾਮਲਿਆਂ ਵਿੱਚ ਦਖਲ ਦੇ ਕੇ ਅਤੇ ਰਾਜ ਵਿਰੁੱਧ ਹਥਿਆਰ ਚੁੱਕ ਕੇ ਆਪਣੇ ਧਾਰਮਿਕ ਆਚਰਣ ਨੂੰ ਭੰਗ ਕੀਤਾ। ਸੋ ਉਹਨਾਂ ਨਾਲ ਵੀ ਬਗਾਵਤ ਵਿੱਚ ਹਿੱਸਾ ਲੈਣ ਵਾਲੇ ਦੂਸਰੇ ਵਿਅਕਤੀਆਂ ਦੀ ਤਰ੍ਹਾਂ ਹੀ ਵਰਤਾਓ ਕੀਤਾ ਜਾਣਾ ਚਾਹੀਦਾ ਹੈ। ਪ੍ਰਤੀਤ ਹੁੰਦਾ ਹੈ ਕਿ 20,000 ਦੇ ਲਗਭਗ ਵਿਅਕਤੀ ਅਤੇ 50 ਤੋਪਖਾਨੇ ਮੀਆਂ ਲਾਭ ਸਿੰਘ ਦੀ ਕਮਾਂਡ ਅਧੀਨ ਸਰਦਾਰ ਅਤੇ ਭਾਈ ਜੀ ਦੇ ਕੈਂਪ ਨੂੰ 7 ਮਾਰਚ ਨੂੰ ਘੇਰਾ ਪਾਉਣ ਦੇ ਉਦੇਸ਼ ਨਾਲ 5 ਤਰੀਕ ਨੂੰ ਲਾਹੌਰੋਂ ਚੱਲ ਪਏ। ਇਹ ਕੈਂਪ ਸਤਲੁਜ ਦੇ ਸੱਜੇ ਕਿਨਾਰੇ ਹਰੀ ਕੇ ਘਾਟ ਦੇ ਲਗਭਗ ਹੇਠਾਂ ਵੱਲ ਅਤੇ ਫਿਰੋਜ਼ਪੁਰ ਤੋਂ 20 ਮੀਲ ਦੇ ਫਾਸਲੇ ਤੇ ਸਥਿਤ ਸੀ। ਪ੍ਰਤੀਤ ਹੁੰਦਾ ਹੈ ਕਿ ਬਾਬਾ ਵੀਰ ਸਿੰਘ ਨੂੰ ਪਹਿਲਾਂ ਰਾਜੇ ਵੱਲੋਂ ਕਿਹਾ ਗਿਆ ਉਹ ਆਪਣੇ ਕੈਂਪ ਵਿੱਚ ਰਹਿ ਰਹੇ ਹਥਿਆਰਬੰਦ ਸਰਦਾਰ ਅਤਰ ਸਿੰਘ ਸੰਧਾਂਵਾਲੀਆ ਨੂੰ ਛੱਡ ਦੇਣ। ਇੰਜ ਲੱਗਦਾ ਹੈ ਕਿ ਅਜਿਹਾ ਸ਼ਾਇਦ ਮਹਾਂਪੁਰਖਾਂ ਦੇ ਧਾਰਮਿਕ ਆਚਰਣ ਅਤੇ ਸਤਿਕਾਰ ਨੂੰ ਮੁੱਖ ਰੱਖ ਕੇ ਕੀਤਾ ਗਿਆ, ਪਰੰਤੂ ਬਾਬਾ ਵੀਰ ਸਿੰਘ ਜੀ ਨੇ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਬਿਨਾਂ ਵਿਤਕਰੇ ਤੋਂ ਤੋਪਖਾਨੇ ਅਤੇ ਹੋਰ ਛੋਟੇ ਹਥਿਆਰਾਂ ਦੇ ਮੂੰਹ ਉਹਨਾਂ ਦੇ ਜਥੇ ਵੱਲ ਖੋਲ੍ਹ ਦਿੱਤੇ ਗਏ। ਭਾਈ ਜੀ ਅਤੇ ਸਰਦਾਰ ਅਤਰ ਸਿੰਘ ਸੰਧਾਂਵਾਲੀਆ ਵੀ ਇਸ ਕਤਲੇਆਮ ਵਿੱਚ ਸ਼ਾਮਲ ਸਨ ਅਤੇ ਸਰਦਾਰ ਦਾ ਸਿਰ ਤੁਰੰਤ ਹੀ ਲਾਹੌਰ ਦਿਖਾਉਣ ਲਈ ਭੇਜ ਦਿੱਤਾ ਗਿਆ। ਖਬਰ ਦੇ ਅੰਤ ਵਿੱਚ ਦੱਸਿਆ ਗਿਆ ਕਿ ਫੌਜ ਰਾਜਧਾਨੀ ਨੂੰ ਵਾਪਸ ਬੁਲਾ ਲਈ ਗਈ। ਇਹ ਪੱਤਰ ਗਵਰਨਰ ਵੱਲੋਂ ਲਿਖਿਆ ਗਿਆ। ਗਵਰਨਰ ਜਨਰਲ ਏਜੰਸੀ ਉੱਤਰੀ ਪੱਛਮੀ ਸਰਹੱਦ, ਕੈਂਪ ਕਸੌਲੀ। ਸੋ ਇਸ ਪ੍ਰਕਾਰ ਬਾਬਾ ਜੀ ਨੇ ਆਪਣਾ ਜੀਵਨ ਦੇਸ਼ ਨੂੰ, ਧਰਮ ਨੂੰ, ਕੌਮ ਨੂੰ ਸਮਰਪਿਤ ਕੀਤਾ। ਸਤਿਕਾਰਯੋਗ ਸਾਧ ਸੰਗਤ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪਤਾ ਨਹੀਂ ਕਿੰਨਾ ਅਤਿਆਚਾਰ ਹੋਇਆ। ਲਾਹੌਰ ਦੇ ਵਿੱਚ ਖੂਨ ਦੀਆਂ ਨਦੀਆਂ ਚੱਲੀਆਂ, ਪਰ ਉਦੋਂ ਤੋਂ ਲੈ ਕੇ ਜੇ ਅੱਜ ਤੱਕ ਦੇਖੀਏ ਤੇ ਪੰਜਾਬ ਦਾ ਰਾਜ ਡਾਵਾਂਡੋਲ ਹੈ। ਤੁਸੀਂ ਸਾਰੇ, ਅਸੀਂ ਸਾਰੇ ਪੰਜਾਬ ਦੇ ਵਾਸੀ ਹਾਂ। ਦੇਖ ਰਹੇ ਹਾਂ ਕਿ ਕਿਵੇਂ ਗੁਲਾਮੀ ਦੇ ਸੰਗਨਾਂ ਨਾਲ ਜਕੜੇ ਪਏ ਹਾਂ। ਸੋ ਐਸੇ ਮਹਾਂਪੁਰਖ ਜਿਹੜੇ ਹਨ, ਜਿਵੇਂ ਕਿ ਨਾਮਧਾਰੀ ਮਹਾਂਪੁਰਖ ਸਤਿਕਾਰਯੋਗ ਬਾਬਾ ਜੀ, ਬਾਬਾ ਰਾਮ ਸਿੰਘ ਜੀ ਜੈਸੇ ਮਹਾਨ ਆਤਮਾ, ਜਿਨ੍ਹਾਂ ਨੇ ਮੋਰਚੇ ਲਗਾਏ, ਤੋਪਾਂ ਦੇ ਗੋਲੇ ਖਾਧੇ,
ਸੋ ਕਹਿਣ ਤੋਂ ਭਾਵ ਹੈ ਕਿ ਸੰਤ ਮਹਾਤਮਾ ਮਹਾਂਪੁਰਖ ਵੀ ਤੇਗ ਦੇ ਧਨੀ ਹੋ ਕੇ, ਜਿੱਥੇ ਦੇਗ ਦੇ ਧਨੀ ਉੱਥੇ ਤੇਗ ਦੇ ਧਨੀ ਵੀ ਹੋਏ। ਸੋ ਇਹਨਾਂ ਨਿਰਮਲੇ ਮਹਾਂਪੁਰਖਾਂ ਦੀਆਂ ਇਹ ਗੌਰਵ ਗਾਥਾਵਾਂ ਆਪ ਜੀ ਸਰਵਣ ਕਰ ਰਹੇ ਹੋ। ਅੱਗੇ ਸਤਿਕਾਰਯੋਗ ਬਾਬਾ ਜੀ ਬਾਬਾ ਮਹਾਰਾਜ ਸਿੰਘ ਜੀ, ਉਹਨਾਂ ਦੀ ਜੀਵਨੀ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਬਾਬਾ ਵੀਰ ਸਿੰਘ ਜੀ ਦੀ ਸ਼ਹੀਦੀ ਦਾ ਸਾਕਾ ਵਰਣਨ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਡੇਰੇ ਵਿੱਚ ਜਾ ਰਹੇ। ਬਾਬਾ ਵੀਰ ਸਿੰਘ ਜੀ ਦੀ ਯਾਦ ਵਿੱਚ ਸਹਿਜ ਪਾਠ ਅਤੇ ਅਖੰਡ ਪਾਠ ਆਰੰਭ ਕੀਤੇ ਗਏ। ਦੁਸਹਿਰੇ ਤੇ ਮਹਾਨ ਇਕੱਠ ਹੋਇਆ। ਭੋਗ ਤੋਂ ਬਾਅਦ ਨੌਰੰਗਾਬਾਦ ਦਾ ਸੇਵਾ ਦਾ ਸਾਰੀ ਜ਼ਿੰਮੇਵਾਰੀ ਨੀਅਤ ਕਰਨ ਤੇ ਵਿਚਾਰ ਹੋਈ। ਬਹੁਤੇ ਵਿਅਕਤੀਆਂ ਦਾ ਵਿਚਾਰ ਸੀ ਬਾਬਾ ਖੁਦਾਸ ਸਿੰਘ ਜੀ ਨੂੰ ਨੀਅਤ ਕੀਤਾ ਜਾਵੇ। ਬਾਬਾ ਖੁਦਾਸ ਸਿੰਘ ਜੀ ਆਪਣੇ ਸੀਸ ਉੱਤੇ ਕਈ ਦਸਤਾਰੇ ਸਜਾ ਕੇ ਰੱਖਿਆ ਕਰਦੇ ਸਨ। ਬਾਬਾ ਖੁਦਾਸ ਸਿੰਘ ਜੀ ਨੇ ਆਪਣੇ ਸੀਸ ਤੋਂ ਇੱਕ ਦਸਤਾਰ ਉਤਾਰ ਕੇ ਬਾਬਾ ਮਹਾਰਾਜ ਸਿੰਘ ਦੇ ਸਿਰ ਤੇ ਬੰਨ੍ਹ ਦਿੱਤੀ ਅਤੇ ਕਿਹਾ, ਭਾਈ ਮਹਾਰਾਜ ਸਿੰਘ ਜੀ ਦੇ ਲੰਗਰ ਦੀ ਅਥਾਹ ਸੇਵਾ ਕੀਤੀ ਹੈ। ਸਾਰਾ ਜੀਵਨ ਬਾਬਾ ਵੀਰ ਸਿੰਘ ਜੀ ਦੀ ਆਗਿਆ ਵਿੱਚ ਰਹੇ ਹਨ। ਮਹਾਨ ਸਾਕੇ ਸਮੇਂ ਤੋਪਾਂ ਦੇ ਵਰਦੇ ਗੋਲਿਆਂ ਵਿੱਚ, ਬੰਦੂਕਾਂ ਦੀ ਵਿਛਾੜ ਸਮੇਂ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਰਹਿ ਕੇ ਹੁਕਮ ਦੀ ਪਾਲਣਾ ਕਰਦੇ ਰਹੇ ਹਨ। ਇਸ ਕਰਕੇ ਇੱਥੋਂ ਦੀ ਸੇਵਾ ਦਾ ਅਧਿਕਾਰ ਬਾਬਾ ਮਹਾਰਾਜ ਸਿੰਘ ਜੀ ਦਾ ਹੈ। ਪੰਡ ਪਾਂਡੀਆਂ ਦੇ ਸਿਰ ਤੇ ਹੀ ਸੋਹਣੀ ਲੱਗਦੀ ਹੈ। ਇੱਕ ਪੱਗ ਸੀਸ ਤੋਂ ਹੋਰ ਉਤਾਰ ਕੇ ਬਾਬਾ ਵੀਰ ਸਿੰਘ ਜੀ ਦੇ ਭਤੀਜੇ ਭਾਈ ਸਤਿਆ ਸਿੰਘ ਦੇ ਸਿਰ ਤੇ ਬੰਨ੍ਹ ਦਿੱਤੀ। ਸੋ ਮਹੰਤੀ ਦਾ ਚਰਚਾ ਖਤਮ ਹੋ ਗਿਆ। ਸਾਧ ਸੰਗਤ, ਅੱਜ ਤੁਸੀਂ ਦੇਖੋ ਕਿ ਕਈ ਸਥਾਨਾਂ ਤੇ ਇਹ ਦਸਤਾਰਾਂ ਤੋਂ ਲੜਾਈਆਂ ਹੋ ਜਾਂਦੀਆਂ ਹਨ। ਇੱਥੋਂ ਦਾ ਮੁਖੀ ਮੈਂ ਬਣਨਾ, ਇੱਥੋਂ ਦਾ ਮੁਖੀ ਮੈਂ ਬਣਨਾ। ਪਰ ਦੇਖੋ ਤੁਸੀਂ ਬੰਦਗੀ ਵਾਲੇ ਮਹਾਤਮਾ, ਇਹ ਸਾਡੀ ਸੰਪਰਦਾ ਕਿਤਨੀ ਮਹਾਨ ਹੈ ਕਿ ਬਾਬਾ ਖੁਦਾ ਸਿੰਘ ਜੀ ਮਹਾਂਪੁਰਖਾਂ ਨੇ ਕਿਹਾ ਕਿ ਇਹਨਾਂ ਨੇ ਸੇਵਾਵਾਂ ਜ਼ਿਆਦਾ ਕੀਤੀਆਂ ਹਨ, ਇਸ ਕਰਕੇ ਹੱਕ ਇਹਨਾਂ ਦਾ ਬਣਦਾ ਹੈ। ਸਾਧ ਸੰਗਤ, ਜਿੱਥੇ ਤਿਆਗ ਕਰ ਦਈਏ ਉੱਥੇ ਸਾਰਾ ਕੁਝ ਹੀ ਮਿਲ ਜਾਂਦਾ ਹੈ। ਤੇ ਜਦੋਂ ਮਨ ਵਿੱਚ ਲਾਲਸਾ ਰੱਖੀਏ ਫਿਰ ਸਭ ਕੁਝ ਪਾ ਕੇ ਵੀ ਆਪਣੇ ਪੱਲੇ ਕੱਖ ਨਹੀਂ ਰਹਿੰਦਾ। ਇਸ ਵਾਸਤੇ ਇਸ ਤੋਂ ਉਪਰੰਤ ਬਾਬਾ ਮਹਾਰਾਜ ਸਿੰਘ ਜੀ, ਬਾਬਾ ਖੁਦਾ ਸਿੰਘ ਜੀ ਸੰਗਤ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਪੁੱਜੇ। ਬਾਬਾ ਜੀ ਦੀਆਂ ਅਸਥੀਆਂ ਤੇ ਵਿਭੂਤੀ ਸੁਦਾਸਰ ਦੀਆਂ ਚੌਹਾਂ ਬਾਹੀਆਂ ਵਿੱਚ ਪਾਈ। 5 ਘੋੜੇ ਕਾਠੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਅਤੇ 5 ਘੋੜੇ ਅਕਾਲ ਬੁੰਗੇ ਨੂੰ ਸੇਵਾ ਵਿੱਚ ਦਿੱਤੇ ਗਏ। 250 ਪੁਸ਼ਾਕਾਂ ਸਮਰਪਣ ਕੀਤੀਆਂ। ਸਾਧ ਸੰਗਤ ਦੇਖੋ, ਗੁਰੂ ਸਾਹਿਬ ਤੇ ਕਿੰਨੀ ਸ਼ਰਧਾ ਸੀ ਮਹਾਂਪੁਰਖਾਂ ਦੀ ਕਿ ਬਾਅਦ ਵਿੱਚ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਅਸੀਸਾਂ ਲਈਆਂ ਔਰ ਮਹਾਂਪੁਰਖਾਂ ਦੀਆਂ ਉਹ ਜਿਹੜੀਆਂ ਅਸਥੀਆਂ ਸਨ ਉਹ ਸੁਦਾਸਰ ਭਾਵ ਕਿ ਅੰਮ੍ਰਿਤਸਰ ਦੇ ਚਾਰੇ ਪਾਸੇ ਦਬਾ ਦਿੱਤੀਆਂ ਗਈਆਂ ਤੇ 5 ਘੋੜੇ ਅਕਾਲ ਬੁੰਗੇ ਤੇ ਹਰਿਮੰਦਰ ਸਾਹਿਬ ਨੂੰ ਭੇਟ ਕੀਤੇ ਗਏ। 250 ਪੁਸ਼ਾਕਾਂ ਸਮਰਪਣ ਕੀਤੀਆਂ। 125 ਰੁਪਏ ਦਾ ਕੜਾਹ ਪ੍ਰਸ਼ਾਦ ਕਰਾਇਆ ਅਤੇ ਹੋਰ ਬੇਅੰਤ ਭੇਟਾਵਾਂ ਕੀਤੀਆਂ। ਇਸ ਕਰਕੇ ਸਾਧ ਸੰਗਤ, ਜਿੰਨੇ ਵੀ ਨਿਰਮਲੇ ਮਹਾਤਮਾ ਹੋਏ ਨੇ ਇਹ ਕਦੇ ਵੀ ਗੁਰੂ ਘਰਾਂ ਤੋਂ ਦੂਰ ਨਹੀਂ ਹੋਏ ਔਰ ਹਰੇਕ ਸੇਵਾਵਾਂ ਵਿੱਚ ਤਤਪਰ ਰਹੇ ਨੇ। ਅੱਜ ਕੇਵਲ ਪ੍ਰਚਾਰਕਾਂ ਦਾ ਪ੍ਰਚਾਰ ਕਰਨ ਦਾ ਢੰਗ ਥੋੜਾ ਕਈਆਂ ਦਾ ਵਿਗੜ ਗਿਆ ਹੈ ਕਿ ਜੇ ਅਸੀਂ ਇਤਿਹਾਸ ਦੀ ਖੋਜ ਕਰੀਏ
ਤੇ ਦੇਖੀਏ ਕਿ ਇਹਨਾਂ ਦੀਆਂ ਕਮਾਈਆਂ ਕੀਤੀਆਂ ਹੋਈਆਂ ਨੂੰ ਆਪਾਂ ਕਿਵੇਂ ਭੁੱਲ ਸਕਦੇ ਹਾਂ। ਸੋ ਸਤਿਕਾਰਯੋਗ ਸਾਧ ਸੰਗਤ, ਸੀਨੇ ਬਸੀਨੇ ਇਸ ਪ੍ਰਕਾਰ ਇਹ ਸੇਵਾਵਾਂ ਹਮੇਸ਼ਾ ਚਲਦੀਆਂ ਆ ਰਹੀਆਂ ਹਨ। ਇਸ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਜੀ ਡੇਰਾ ਨੌਰੰਗਾਬਾਦ ਦਾ ਪ੍ਰਬੰਧ ਕਰਨ ਲੱਗੇ। ਕਥਾ ਕੀਰਤਨ ਸਤਸੰਗ ਦਾ ਪ੍ਰਵਾਹ ਤੋਰਿਆ। ਭਾਵੇਂ ਸਾਧ ਸੰਗਤ ਅਸਥਾਨਾਂ ਦੀਆਂ ਕਿੰਨੀਆਂ ਹੀ ਜ਼ਮੀਨਾਂ ਜਾਇਦਾਦਾਂ ਹੋਣ, ਇਹ ਜ਼ਮੀਨਾਂ ਜਾਇਦਾਦਾਂ ਸੰਤਾਂ ਮਹਾਂਪੁਰਖਾਂ ਨੇ ਕੋਈ ਆਪਣੇ ਪਰਿਵਾਰ ਜਾਂ ਕਿਸੇ ਆਪਣੇ ਸੁੱਖ ਸਾਧਨ ਵਾਸਤੇ ਨਹੀਂ ਵਰਤਣੀਆਂ ਹੁੰਦੀਆਂ। ਇਹ ਸਾਰਾ ਕੁਝ ਹੀ ਸੰਗਤ ਵਾਸਤੇ ਹੁੰਦਾ ਹੈ। ਜਿੱਥੇ ਹਜ਼ਾਰਾਂ ਪ੍ਰਾਣੀਆਂ ਨੇ ਆ ਕੇ ਗੱਫਾ ਪਾਣੀ ਛਕਣਾ ਹੈ, ਸਾਧ ਸੰਗਤ ਉੱਥੇ ਰਸਤਾਂ ਬਸਤਾਂ ਵੀ ਤਾਂ ਚਾਹੀਦੀਆਂ। ਤੇ ਜੇ ਜ਼ਮੀਨਾਂ ਜਾਇਦਾਦਾਂ ਹੋਣ ਵੀ ਤੇ ਤਾਂ ਵੀ ਕਿਹੜੀ ਗੱਲ ਹੈ, ਪਰ ਲੜਾਈ ਝਗੜੇ ਕਰਨੇ ਜਿਹੜੇ ਨੇ ਇਹ ਸਾਧੂਆਂ ਦਾ ਕੰਮ ਨਹੀਂ ਹੁੰਦਾ। ਸੋ ਸਾਧ ਸੰਗਤ ਦਾ ਪ੍ਰਵਾਹ ਤੋਰਿਆ। ਕਥਾ ਤੇ ਕੀਰਤਨ ਸੰਗਤ ਹੀ ਪਰਿਵਾਰ ਹੁੰਦਾ ਹੈ ਮਹਾਂਪੁਰਖਾਂ ਦਾ। ਤੇ ਗੁਰਬਾਣੀ ਕੀਰਤਨ ਪਾਠ ਭਜਨ ਮਹਾਂਪੁਰਖਾਂ ਦੀ ਖੁਰਾਕ ਹੁੰਦੀ ਹੈ। ਇਸ ਵਾਸਤੇ ਬਾਬਾ ਮਹਾਰਾਜ ਸਿੰਘ ਜੀ ਨੇ ਉਹ ਹੀ ਪ੍ਰਾਰੰਭ ਕੀਤਾ। ਨਾਲ ਹੀ ਡੋਗਰਿਆਂ ਦੀ ਗਦਾਰੀ, ਅੰਗਰੇਜ਼ਾਂ ਦੀ ਕੁਟਲ ਨੀਤੀ ਅਤੇ ਸਿੱਖ ਰਾਜ ਦੀ ਡੁੱਬ ਰਹੀ ਬੇੜੀ ਨੂੰ ਕਿਨਾਰੇ ਲਾਉਣ ਵਾਸਤੇ ਦਿਨ ਰਾਤ ਸੋਚ ਵਿੱਚ ਡੁੱਬੇ ਰਹਿੰਦੇ ਸਨ। ਬਾਬਾ ਮਹਾਰਾਜ ਸਿੰਘ ਜੀ ਦਾ ਜਨਮ ਪਿੰਡ ਰੱਬੋਂ ਮਲੌਦ ਦੇ ਨੇੜੇ ਜ਼ਿਲ੍ਹਾ ਲੁਧਿਆਣਾ ਵਿੱਚ 1780 ਈਸਵੀ ਵਿੱਚ ਹੋਇਆ। ਮਾਤਾ ਪਿਤਾ ਨੇ ਨਾਮ ਨਿਹਾਲ ਸਿੰਘ ਰੱਖਿਆ। ਬਚਪਨ ਵਿੱਚ ਆਪ ਸੰਤ ਤੋਤਾ ਸਿੰਘ ਜੀ ਕੋਲ ਨਿਰਮਲ ਡੇਰੇ ਵਿੱਚ ਠੀਕਰੀ ਵਾਲੇ ਜ਼ਿਲ੍ਹਾ ਸੰਗਰੂਰ ਚਲੇ ਗਏ। ਦਾਸ ਇੱਥੇ 2 ਮਹੀਨੇ ਰਿਹਾ। ਇੱਥੇ ਆਉਣ ਤੋਂ ਪਹਿਲੇ ਇੱਥੇ ਸੇਵਾ ਕਰਦੇ ਰਹੇ, ਵਿਦਿਆ ਪੜ੍ਹਦੇ ਰਹੇ। ਠੀਕਰੀ ਵਾਲੇ ਤੋਂ ਸੰਤ ਸਮੁੰਦ ਸਿੰਘ ਜੀ ਮਾਲੋਂ ਵਾਲਿਆਂ ਕੋਲ ਚਲੇ ਗਏ। ਇੱਥੇ ਆਪ ਜੀ ਨੇ ਭਾਈ ਗੁਰਦਾਸ ਜੀ ਦੀ ਬਾਣੀ, ਦਸਮ ਗ੍ਰੰਥ, ਸਾਹਿਤ, ਕਾਵਿ, ਨੀਤੀ, ਛੰਦ, ਸ਼ਾਸਤਰ, ਵਿਦਾਂਤ ਅਤੇ ਗ੍ਰੰਥਾਂ ਦਾ ਪਠਨ ਪਾਠਨ ਕੀਤਾ। ਸਾਧ ਸੰਗਤ ਕਿੰਨੀ ਵਿਦਿਆ ਮਹਾਂਪੁਰਖਾਂ ਨੇ ਪ੍ਰਾਪਤ ਕੀਤੀ। ਆਪ ਨਿਮਰਤਾ ਨਾਲ ਸੇਵਾ ਦੀ ਲਗਨ ਵਾਲੇ, ਸਰਬੱਤ ਨਾਲ ਪ੍ਰੇਮ ਕਰਨ ਵਾਲੇ ਸਨ। ਆਪ ਜੀ ਦੇ ਮਹਾਨ ਗੁਣਾਂ ਨੂੰ ਵੇਖ ਕੇ ਸੰਤ ਸਮੁੰਦ ਸਿੰਘ ਜੀ ਨੇ ਅਨੁਭਵ ਕੀਤਾ ਕਿ ਨਿਹਾਲ ਸਿੰਘ ਮਹਾਨ ਆਤਮਾ ਹੈ ਜੋ ਕੌਮ ਲਈ ਚਾਨਣ ਮਨਾਰਾ ਬਣ ਸਕਦਾ ਹੈ। ਇਹ ਵਿਚਾਰ ਕਰਕੇ ਸਮੁੰਦ ਸਿੰਘ ਜੀ ਆਪ ਜੀ ਨੂੰ ਨਾਲ ਲੈ ਕੇ ਸਤਿਕਾਰਯੋਗ ਬਾਬਾ ਜੀ ਬਾਬਾ ਵੀਰ ਸਿੰਘ ਜੀ ਦੇ ਡੇਰੇ ਪੁੱਜੇ। ਦੂਸਰੇ ਦਿਨ ਬਾਬਾ ਵੀਰ ਸਿੰਘ ਜੀ ਨੇ 5 ਪਿਆਰਿਆਂ ਵਿੱਚ ਆਪ ਸ਼ਾਮਲ ਹੋ ਕੇ ਨਿਹਾਲ ਸਿੰਘ ਨੂੰ ਅੰਮ੍ਰਿਤ ਛਕਾਇਆ। ਗੁਰੂ ਗ੍ਰੰਥ ਸਾਹਿਬ ਵਿੱਚੋਂ ਆਏ ਮਾਂ ਵਾਕ ਅਨੁਸਾਰ ਨਾਮ ਭਗਵਾਨ ਸਿੰਘ ਰੱਖਿਆ ਅਤੇ ਆਪ ਜੀ ਨੂੰ ਲੰਗਰ ਦੀ ਸੇਵਾ ਤੇ ਲਾ ਦਿੱਤਾ। ਬਾਬਾ ਵੀਰ ਸਿੰਘ ਜੀ ਦਾ ਮਹਾਨ ਵਿਸ਼ਾਲ ਅਖੰਡ ਲੰਗਰ ਸੀ ਜੋ ਹਰ ਸਮੇਂ ਤਿਆਰ ਹੁੰਦਾ ਰਹਿੰਦਾ। ਭਾਵੇਂ ਸਾਰੇ ਲਾਂਗਰੀ ਸੇਵਾ ਦਾ ਸਾਕਾਰ ਰੂਪ ਸਨ, ਪਰ ਆਪ ਜੀ ਅਤਿਅੰਤ ਨਿਮਰ, ਮਿੱਠ ਬੋਲੜੇ, ਮਧੁਰ ਭਾਸ਼ੀ ਸਨ। ਸੇਵਾ ਕਰਕੇ ਸੰਗਤ ਵਿੱਚ ਲੰਗਰ ਵਰਤਾਉਂਦੇ। ਸਭ ਨੂੰ ਲਓ ਮਹਾਰਾਜ, ਛਕੋ ਮਹਾਰਾਜ, ਇਸ ਤਰ੍ਹਾਂ ਸਰਬੱਤ ਨੂੰ ਮਹਾਰਾਜ ਕਹਿ ਕੇ ਸੰਬੋਧਨ ਕਰਦੇ। ਇਸੇ ਕਾਰਨ ਆਪ ਜੀ ਦਾ ਨਾਮ ਬਾਬਾ ਮਹਾਰਾਜ ਸਿੰਘ ਜੀ ਪ੍ਰਸਿੱਧ ਹੋ ਗਿਆ। ਪੰਡਤ ਸ਼ੇਰ ਸਿੰਘ ਜੀ ਵੀਰ ਮਰਗੇਸ਼ ਗੁਰਬਿਲਾਸ ਦੇਵ ਤਰੂ ਦੇ ਪੰਨਾ 1885 ਤੇ ਲਿਖਦੇ ਹਨ ਕਿ ਕਈ ਵਾਰ ਨੌਰੰਗਾਬਾਦ ਦੇ ਲੰਗਰ ਵਿੱਚ 20-20 ਹਜ਼ਾਰ ਆਦਮੀਆਂ ਦੀ ਸੰਗਤ ਦੀ ਪੰਗਤ ਲੱਗਦੀ ਰਹੀ। 700 ਮਣ ਆਟਾ ਅਤੇ 250 ਮਣ ਦਾਲ ਲੱਗਦੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਇਸ ਦਾ ਮਤਲਬ ਹੈ ਕਿ ਇੰਨੀਆਂ ਸੰਗਤਾਂ ਆਉਂਦੀਆਂ ਸਨ ਔਰ ਇੰਨੀਆਂ ਸੰਗਤਾਂ ਨੂੰ ਰੋਜ਼ ਉਹ ਕਥਾ ਕੀਰਤਨ ਕਰਕੇ ਗੁਰੂ ਨਾਨਕ ਦੇ ਘਰ ਨਾਲ ਜੋੜਦੇ ਸਨ। ਕੱਲੀ ਲੰਗਰ ਦੀ ਮਹੱਤਤਾ ਨਾ ਸਮਝਿਓ ਵੀ ਲੰਗਰ ਬੜਾ ਚੱਲਦਾ ਸੀ ਇਸ ਤਰ੍ਹਾਂ ਤਾਂ ਸੜਕ ਤੇ ਲਾ ਦਿਓ, ਸ਼ਾਮ ਤੱਕ ਭਾਵੇਂ ਤੁਸੀਂ ਲੱਖਾਂ ਮਣ ਵਰਤਾ ਦਿਓ, ਦੁਨੀਆ ਮੁੱਕਣੀ ਨਹੀਂ ਗੀ।
ਮਤਲਬ ਕਿ ਉਸ ਡੇਰੇ ਵਿੱਚ ਸੰਗਤ ਜਾਂਦੀ ਸੀ, ਮਹਾਂਪੁਰਖ ਗੁਰੂ ਘਰ ਦੇ ਬਚਨ ਸੁਣਾਉਂਦੇ ਸਨ ਤੇ ਸੰਗਤਾਂ ਗੁਰੂ ਘਰ ਦੇ ਨਾਲ ਜੁੜਦੀਆਂ ਸਨ। ਤੇ ਫਿਰ ਗੱਫਾ ਪਾਣੀ ਲਈ ਜਦੋਂ ਲੰਗਰ ਤਿਆਰ ਹੁੰਦਾ ਸੀ ਤੇ ਦੇਖੋ ਵੀ 20 30 50 ਹਜ਼ਾਰ ਸੰਗਤ ਰੋਜ਼ ਆਉਣੀ ਮਾਇਨੇ ਰੱਖਦੀ ਹੈ। ਕਿੰਨਾ ਮਹਾਂਪੁਰਖਾਂ ਦਾ ਗੁਰੂ ਘਰ ਪ੍ਰਤੀ ਪਿਆਰ ਤੇ ਸੰਗਤਾਂ ਦਾ ਮਹਾਂਪੁਰਖਾਂ ਨਾਲ ਪਿਆਰ। ਇਹ ਜੀਵਨ ਸਾਖੀਆਂ ਸੁਣਨ ਨਾਲ ਪਤਾ ਲੱਗਦਾ ਹੈ ਕਿ ਸਾਡੇ ਮਹਾਂਪੁਰਖਾਂ ਦੀਆਂ ਕਿੱਡੀਆਂ ਕਿੱਡੀਆਂ ਇਹ ਕਮਾਈਆਂ ਸਨ, ਜਿਨ੍ਹਾਂ ਨੇ ਸਾਧ ਸੰਗਤ ਆਪ ਜੀ ਨੇ ਪਿੱਛੇ ਇਤਿਹਾਸ ਸੁਣਿਆ ਕਿ ਨਿਰਮਲੇ ਮਹਾਂਪੁਰਖਾਂ ਨੇ 500 ਗੁਰਦੁਆਰਿਆਂ ਦੀ ਖੋਜ ਕੀਤੀ ਤੇ ਉਹ ਗੁਰਦੁਆਰੇ ਅੱਜ ਸਾਡੇ ਦਰਸ਼ਨ ਦਿਦਾਰਿਆਂ ਲਈ ਖੁੱਲੇ ਨੇ। ਕੱਲੀ ਖੋਜ ਹੀ ਨਹੀਂ ਕੀਤੀ, ਬੜੇ ਮਹਾਂਪੁਰਖਾਂ ਗੁਰਦੁਆਰਿਆਂ ਦੀਆਂ ਸੇਵਾਵਾਂ ਕੀਤੀਆਂ ਹੀ ਨਹੀਂ, ਕਰ ਵੀ ਰਹੇ ਨੇ। ਸੋ ਇਸ ਵਾਸਤੇ ਸਾਧ ਸੰਗਤ ਤੇ ਮਾਣ ਹੋਣਾ ਚਾਹੀਦਾ ਹੈ ਕਿ ਇਹਨਾਂ ਅੱਜ ਕੱਟੜਤਾਈ ਦਾ ਪ੍ਰਚਾਰ ਕਰ ਕਰਕੇ ਲੋਕਾਂ ਦੇ ਦਿਮਾਗ ਇਉਂ ਕਰ ਦਿੱਤੇ ਨੇ। ਸਾਧ ਸੰਗਤ ਜਦੋਂ ਇਹਨਾਂ ਪੁਸਤਕਾਂ ਨੂੰ ਪੜ੍ਹਦੇ ਹਾਂ ਵੀ ਉਹਨਾਂ ਦੀਆਂ ਕਮਾਈਆਂ, ਅੱਖਾਂ ਝੁਕਦੀਆਂ, ਲੋਈ ਖੜੀ ਹੁੰਦੀ ਹੈ ਤੇ ਅੰਦਰ ਕੰਬਦਾ ਹੈ ਵੀ ਅਸੀਂ ਕੱਲਾ ਮਾਣ ਹੰਕਾਰ 'ਚ ਹੀ ਤੁਰੇ ਫਿਰਦੇ ਹਾਂ। ਕਿੰਨੀਆਂ ਮਹਾਂਪੁਰਖਾਂ ਦੀਆਂ ਕਮਾਈਆਂ ਤੇ ਸੇਵਾਵਾਂ, ਕਿੰਨੀਆਂ ਉਹਨਾਂ ਦੀਆਂ ਵਿੱਦਿਆ ਪੜ੍ਹੀਆਂ ਹੋਈਆਂ, ਔਰ ਕਿੰਨਾ ਜ਼ਿਆਦਾ ਉਹਨਾਂ ਦੇ ਅੰਦਰ ਸਹਿਜ ਤੇ ਨਿਮਰਤਾ। ਆਪ ਜੀ ਬਾਬਾ ਵੀਰ ਸਿੰਘ ਜੀ ਦਾ ਇਤਿਹਾਸ ਸੁਣਿਆ ਸਾਰਾ। ਸਾਧ ਸੰਗਤ ਕਿੰਨੀਆਂ ਤੋਪਾਂ ਗੋਲੇ ਚੱਲ ਰਹੇ। ਕੱਲ੍ਹ 6 ਜੂਨ ਸੀ, ਕੱਲ੍ਹ ਹੀ ਸੀ 6 ਜੂਨ। ਸਤਿਕਾਰਯੋਗ ਬਾਬਾ ਜੀ ਸੰਤ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੀ ਸ਼ਹੀਦੀ ਹੋਈ, ਨਾਲ ਸੈਂਕੜੇ ਸਿੰਘ ਸ਼ਹੀਦ ਹੋਏ। ਸਾਧ ਸੰਗਤ ਟੈਂਕ ਚੜ੍ਹਾਏ ਗਏ ਜਿਹੜੇ ਟੈਂਕਾਂ ਦੇ ਗੋਲਿਆਂ ਨਾਲ ਵੀ ਨਹੀਂ ਕੰਬਦੇ। ਫਿਰ ਸਾਧ ਸੰਗਤ ਸ਼ਬਦ ਕਰਕੇ, ਕਮਾਈ ਕਰਕੇ, ਬਾਣੀ ਕਰਕੇ, ਗੁਰੂ ਦੀ ਮਿਹਰ ਕਰਕੇ ਉਹਨਾਂ ਦੇ ਇਰਾਦੇ ਹਿਮਾਲਿਆ ਪਰਬਤ ਦੀ ਤਰ੍ਹਾਂ ਅਡੋਲ ਨੇ। ਸੋ ਇਹ ਸਥਿਤੀਆਂ ਨੇ ਅੰਦਰ ਦੀਆਂ, ਇਹ ਕਮਾਈਆਂ ਨੇ, ਇਹ ਅਵਸਥਾ ਨੇ। ਸਤਿਕਾਰਯੋਗ ਸਾਧ ਸੰਗਤ, ਇਸ ਵਾਸਤੇ ਮਹਾਂਪੁਰਖਾਂ ਦੇ ਜੀਵਨ ਸਾਨੂੰ ਪੜ੍ਹਨੇ ਚਾਹੀਦੇ, ਸੁਣਨੇ ਚਾਹੀਦੇ। ਹੋਰ ਪਤਾ ਨਹੀਂ ਕਿੰਨੀਆਂ ਵਿਦਿਆਵਾਂ ਅਸੀਂ ਪੜ੍ਹ ਲੈਂਦੇ ਹਾਂ। ਆ ਫਰੈਂਚ ਭਾਸ਼ਾ ਕਿੰਨੀ ਔਖੀ ਹੈ। ਬੱਚੇ ਫਰੈਂਚ ਕਰਕੇ ਵਿਦੇਸ਼ਾਂ 'ਚ ਜਾ ਕੇ ਉੱਥੇ ਉਸ ਭਾਸ਼ਾ ਦੇ ਅਨੁਸਾਰ ਨੌਕਰੀਆਂ ਲੈ ਕੇ ਕਮਾਈਆਂ ਕਰ ਰਹੇ ਨੇ। ਆ ਚੀਨੀ ਭਾਸ਼ਾ ਕਿੰਨੀ ਔਖੀ। ਮੈਂ ਕਈ ਵਾਰ ਹਾਂਗਕਾਂਗ ਗਿਆ, ਉਹ ਪਤਾ ਹੀ ਨਹੀਂ ਲੱਗਦਾ ਉਸ ਦਾ। ਸਾਡੇ ਸਿੱਖ ਜਿਹੜੇ ਨੇ ਉਹ ਚੀਨੀ ਭਾਸ਼ਾ ਦੇ ਵਿੱਚ ਸਾਧ ਸੰਗਤ ਉੱਥੇ ਜੌਬਾਂ ਕਰਦੇ ਨੇ, ਆਪਸ 'ਚ ਟਾਕ ਕਰਦੇ, ਗੱਲਬਾਤ ਕਰਦੇ ਨੇ। ਇੰਨੀਆਂ ਔਖੀਆਂ ਭਾਸ਼ਾਵਾਂ ਪੜ੍ਹ ਲੈਂਦੇ ਆ। ਆ ਗੁਰਮੁਖੀ ਵਿੱਚ ਸਾਡੇ ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਜੀਵਨ ਜੇ ਨਾ ਪੜ੍ਹੇ ਜਾਣ ਤੇ ਫਿਰ ਐਂ ਹੋਏਗਾ ਕਿ ਉਹਨਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਸਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ। ਇਸ ਲਈ ਆ 3 ਮਹੀਨਿਆਂ ਤੋਂ ਲਗਾਤਾਰ ਆਪ ਜੀ ਸੁਣ ਰਹੇ ਹੋ। ਪਹਿਲੇ 5 ਸੁੱਚੇ ਮੋਤੀ ਆਪ ਜੀ ਨੇ ਸਰਵਣ ਕੀਤੇ, ਫਿਰ ਸਤਿਕਾਰਯੋਗ ਮਹਾਂਪੁਰਖ ਬਾਬਾ ਵੀਰ ਸਿੰਘ ਜੀ ਨਿਰਮਲੇ ਮਹਾਂਪੁਰਖਾਂ ਦਾ ਜੀਵਨ ਆਪ ਜੀ ਨੇ ਸੁਣਿਆ। ਹੁਣ ਟੂਕ ਮਾਤਰ ਵਿੱਚ ਇਸ ਪੁਸਤਕ ਵਿੱਚ ਵੀ ਆਇਆ ਹੈ, ਕਿਉਂਕਿ ਜਿੰਨੇ ਵੀ ਨਿਰਮਲੇ ਮਹਾਂਪੁਰਖ ਕਮਾਈ ਵਾਲੇ ਕਲਗੀਧਰ ਸੱਚੇ ਪਾਤਸ਼ਾਹ ਤੋਂ ਚਲੇ ਆ ਰਹੇ, ਉਹਨਾਂ ਸਾਰਿਆਂ ਦੇ ਆਪ ਜੀ ਨਾਮ ਸਰਵਣ ਕਰ ਰਹੇ ਹੋ। ਉਹਨਾਂ ਦੀਆਂ ਕਮਾਈਆਂ, ਉਹਨਾਂ ਦੇ ਪ੍ਰਚਾਰ, ਉਹਨਾਂ ਦੀਆਂ ਸੇਵਾਵਾਂ, ਕਿਹੜੇ ਢੰਗਾਂ ਨਾਲ ਉਹਨਾਂ ਨੇ ਇਸ ਧਰਮ ਦੇ ਖੇਤਰ ਵਿੱਚ ਕੰਟਰੀਬਿਊਸ਼ਨ ਕੀਤਾ, ਆਹੂਤੀ ਪਾਈ ਤੇ ਸੰਸਾਰ ਤੋਂ ਕੂਚ ਤਾਂ ਕਰ ਗਏ, ਸਭ ਨੇ ਜਾਣਾ, ਪਰ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ। ਗੁਰਮੰਤ ਦੇ ਸਿਧਾਂਤ ਨੂੰ ਜਪਦਿਆਂ ਹੋਇਆਂ ਵਾਹਿਗੁਰੂ ਜੀ ਵਿੱਚ ਅਭੇਦ ਹੋਏ ਨੇ। ਸੋ ਇਸ ਵਾਸਤੇ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਲੰਗਰ ਦੇ ਸੇਵਾਦਾਰਾਂ ਨੂੰ ਕਿਤਨੀ ਕਠਿਨ ਘਾਲਣੀ ਪੈਂਦੀ ਸੀ। ਸੰਤ ਨਿਹਾਲ ਸਿੰਘ ਜੀ ਸਿਮਰਨ ਕਰਦੇ ਹੋਏ ਰਾਤ ਦਿਨ ਲੰਗਰ ਵਿੱਚ ਹੀ ਨਿਵਾਸ ਰੱਖਦੇ ਸਨ। ਜਿਹੜੀਆਂ ਲੰਗਰਾਂ ਦੀਆਂ ਸੇਵਾਵਾਂ ਕਰਦੇ ਨੇ ਨਾ ਗੁਰਮੁਖ ਪਿਆਰਿਓ,
ਉਹਨਾਂ ਦੀਆਂ ਸੇਵਾਵਾਂ ਹੀ ਸਿਮਰਨ ਬਣ ਜਾਂਦਾ ਹੈ। ਹਜ਼ਾਰਾਂ ਸੰਗਤਾਂ ਗੱਫਾ ਛਕਦੀਆਂ, ਨਾਮ ਜਪਦੀਆਂ। ਸਤਿਕਾਰਯੋਗ ਸਾਧ ਸੰਗਤ, ਕਈ ਪਵਿੱਤਰ ਰੂਹਾਂ ਸੰਗਤ ਵਿੱਚ ਆਉਂਦੀਆਂ ਜਦੋਂ ਗੱਫਾ ਪਾਣੀ ਛਕ ਕੇ ਅਰਦਾਸ ਕਰਦੀਆਂ ਨਾ, ਬਈ ਜਿਨ੍ਹਾਂ ਨੇ ਲੰਗਰ ਤਿਆਰ ਕੀਤਾ, ਜਿਨ੍ਹਾਂ ਨੇ ਇਹ ਰਸਤਾਂ ਲਿਆਂਦੀਆਂ, ਸੱਚੇ ਪਾਤਸ਼ਾਹ ਉਹਨਾਂ ਦੇ ਖਜ਼ਾਨੇ ਵਧਣ, ਉਹਨਾਂ ਦੀ ਵਡਿਆਈ ਵਧੇ, ਉਹਨਾਂ ਨੂੰ ਗੁਰਸਿੱਖੀ ਜੀਵਨ ਮਿਲੇ, ਤੇ ਮਹਾਂਪੁਰਖਾਂ ਦੀਆਂ ਗੁਰਮੁਖਾਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਬਹੁਤ ਬਲੈਸਿੰਗ ਦੇ ਜਾਂਦੀਆਂ ਹਨ। ਇਸ ਵਾਸਤੇ ਮਹਾਂਪੁਰਖ ਨਾਲੇ ਲੰਗਰ ਵਿੱਚ ਰਹਿੰਦੇ, ਉੱਥੇ ਹੀ ਆਰਾਮ ਕਰਦੇ। ਬੜਾ ਲੰਮਾ ਸਮਾਂ ਰਾੜਾ ਸਾਹਿਬ ਵਿਖੇ ਸੇਵਾ ਕਰਦੇ ਹੋਏ ਮਹਾਂਪੁਰਖਾਂ ਨੇ ਆਪਣਾ ਸਾਰਾ ਜੀਵਨ ਬਿਤਾਇਆ। ਅੱਜ ਵੱਡੇ ਮਹਾਂਪੁਰਖਾਂ ਦੇ ਬਰਾਬਰ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ। ਸਾਡੇ ਵੱਡੇ ਮਹਾਂਪੁਰਖ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦਾਦਾ ਗੁਰੂ ਜੀ, ਉਹਨਾਂ ਦੇ ਜੈਨ ਹੁਸ਼ਿਆਰਪੁਰ ਅਸਥਾਨ 'ਤੇ ਕਾਲੇ ਬਸਤਰਾਂ ਵਾਲੇ ਮਹਾਂਪੁਰਖਾਂ ਦੇ ਸੇਵਕ ਦਾਸ ਨੇ ਉਹਨਾਂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮਹਾਂਪੁਰਖਾਂ ਦੇ ਲੰਗਰ 'ਚ ਸੇਵਾ ਕੀਤੀ। ਉਹਨਾਂ ਦੇ ਚਰਨ ਸੇਵਾ ਕਰ ਕਰਕੇ ਸਾਧ ਸੰਗਤ ਪਾਣੀ ਦੇ ਨਾਲ, ਜਲ ਦੇ ਨਾਲ, ਸਫਾਈ ਨਾਲ, ਹਮੇਸ਼ਾ ਜਲ ਵਿੱਚ ਰਹਿਣਾ, ਚਮੜੀ ਉਧੜੀ ਹੁੰਦੀ ਸੀ। ਪਰ ਮਹਾਂਪੁਰਖ ਸਾਧ ਸੰਗਤ ਕਦੇ ਸੰਗਤ ਦੀ ਸੇਵਾ ਤੋਂ ਕੰਨੀ ਨਹੀਂ ਕਤਰਾਉਂਦੇ ਸੀ, ਕਦੇ ਛੁੱਟੀ ਨਹੀਂ ਸੀ ਕਰਦੇ। ਹਮੇਸ਼ਾ ਸੰਗਤ ਦੇ ਵਿੱਚ ਰਹਿਣਾ, ਸੇਵਾ ਦੇ ਵਿੱਚ ਰਹਿਣਾ। ਦਾਸ ਨੇ ਉਹਨਾਂ ਦੇ ਦਰਸ਼ਨ ਕੀਤੇ, ਇੰਨੇ ਮਿੱਠ ਬੋਲੜੇ, ਐਡਾ ਸੁੰਦਰ ਦਾੜਾ ਉਹਨਾਂ ਦਾ, ਲਾਲ ਚਿਹਰਾ ਦਗਦਗ ਕਰਦਾ। ਸਾਧ ਸੰਗਤ ਸੇਵਾ ਵਿੱਚੋਂ ਵੀ ਬੜੀਆਂ ਬਰਕਤਾਂ ਮਹਾਂਪੁਰਖਾਂ ਨੂੰ ਮਿਲੀਆਂ ਨੇ। ਸੋ ਸਾਨੂੰ ਇਹ ਸੇਧ ਮਿਲਦੀ ਹੈ ਕਿ ਜੇ ਅਸੀਂ ਲੰਗਰਾਂ ਵਿੱਚ ਸੇਵਾ ਕਰਦੇ ਹਾਂ, ਪਿਆਰ, ਇਤਫਾਕ, ਏਕਤਾ, ਧੀਰਜ, ਸਹਿਜ ਦੇ ਨਾਲ ਸਾਧ ਸੰਗਤ ਆਪਾਂ ਨੂੰ ਇੱਕ ਦੂਸਰੇ ਨਾਲ ਵਰਤਾਓ ਕਰਨਾ ਚਾਹੀਦਾ ਹੈ। ਜਿਵੇਂ ਦੁਕਾਨਦਾਰ ਗਾਹਕ ਨੂੰ ਰੱਬ ਦਾ ਰੂਪ ਮੰਨਦਾ ਹੈ, ਇਵੇਂ ਸੰਗਤ ਵਿੱਚ ਭੋਜਨ ਛਕਣ ਵਾਲੀ ਸੰਗਤ ਵੀ ਸੇਵਾਦਾਰਾਂ ਲਈ ਰੱਬ ਰੂਪ ਹੁੰਦੀ ਹੈ। ਸੋ ਸੇਵਾ ਸਿਮਰਨ ਵਾਲੀ ਆਤਮਾ ਵਿੱਚ ਰਿੱਧੀਆਂ ਸਿੱਧੀਆਂ ਸੁਭਾਵਕ ਹੀ ਆ ਜਾਂਦੀਆਂ ਹਨ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਇੱਕ ਦਿਨ ਲੰਗਰ ਵਿੱਚ ਦੇਗੇ ਵਿਚਲੀ ਦਾਲ ਉਬਲ ਗਈ। ਕੜਛੀ ਨਾ ਮਿਲਣ ਕਰਕੇ ਛੇਤੀ ਨਾਲ ਉਬਲਦੀ ਦਾਲ ਵਿੱਚ ਮਹਾਂਪੁਰਖਾਂ ਨੇ ਬਾਂਹ ਫੇਰ ਦਿੱਤੀ। ਆਪ ਜੀ ਦੀ ਬਾਂਹ ਬਗੈਰ ਜਲੇ ਮਚੇ ਤੋਂ ਠੀਕ ਰਹੀ ਅਤੇ ਬਾਂਹ ਤੇ ਕੋਈ ਅਸਰ ਨਹੀਂ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੇ ਜਿਹੜੇ ਫੇਸਬੁੱਕੀਏ ਨੇ ਨਾ, ਉਹਨਾਂ ਇਹਨਾਂ ਗੱਲਾਂ ਨੂੰ ਨਹੀਂ ਮੰਨਣਾ। ਉਹਨਾਂ ਦੇ ਦਿਮਾਗ ਤੇ ਇੰਨੇ ਖਰਾਬ ਨੇ, ਉਹ ਕਿੱਥੇ ਮੰਨਣਗੇ ਇਹਨਾਂ ਲਿਖਤਾਂ ਨੂੰ। ਪਰ ਹਕੀਕਤ ਹੈ, ਸਤਿਕਾਰਯੋਗ ਸਾਧ ਸੰਗਤ, ਜਿਹੜੇ ਨਾਮ ਬਾਣੀ ਵਾਲੇ ਬਹੁਤ ਭਿੱਜੀਆਂ ਹੋਈਆਂ ਰੂਹਾਂ ਨੇ ਨਾ ਆਪਣੀਆਂ, ਦੇਖੋ ਨਾ, ਸੇਵਾ ਦੇ ਕਰਕੇ ਦੇਖਿਆ ਵੀ ਨਹੀਂ ਮਿਲਿਆ, ਦਾਲ ਉਬਲ ਰਹੀ ਹੈ, ਉਹਨਾਂ ਵਿੱਚ ਉਹਦੇ ਆਪਣੀ ਬਾਂਹ ਹੀ ਫੇਰ ਦਿੱਤੀ। ਇੱਕ ਨਹੀਂ, ਬੜੇ ਇਤਿਹਾਸ ਆਪ ਜੀ ਤਵਾਰੀਖਾਂ ਵਿੱਚ, ਗੁਰੂ ਘਰ ਦੀਆਂ ਸਿੱਖਾਂ ਦੀਆਂ ਵਿੱਚ ਸੁਣਦੇ ਹੋ। ਸੋ ਜੇ ਤੱਤੇ ਥੰਮ ਦੇ ਨਾਲ ਜੱਫੀ ਪਾ ਕੇ ਭਗਤ ਨਹੀਂ ਜਲੇ, ਰੱਬ ਦੇ ਪਿਆਰੇ ਜਿਉਂ ਕਿ ਤਿਉਂ ਰਹੇ। ਅਸੀਂ ਕਹੇ ਤਾਂ ਪਤਾ ਨਹੀਂ ਪੁਰਾਣੀ ਸਤਿਯੁਗ ਦੀ ਗੱਲ ਹੈ, ਸਹੀ ਹੈ ਕਿ ਗਲਤ ਹੈ। ਨਾ, ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਇਕਾਲੇ ਬੁਲਾਈ। ਰਾਖ ਲਿਏ ਤਿਨ ਰੱਖਣ ਹਾਰ, ਸਭ ਬਿਆਦ ਮਿਟਾਈ, ਕਉ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਇਹ ਕਮਾਈ ਵਾਲਿਆਂ ਦੇ ਬਚਨ ਨੇ ਸਾਧ ਸੰਗਤ। ਜਿਉਂ ਜਿਉਂ ਕੰਨਾਂ 'ਚ ਪੈਂਦੇ ਨੇ, ਤਿਉਂ ਤਿਉਂ ਨਿਮਰਤਾ ਆਉਂਦੀ ਹੈ।
ਮੈਂ ਸਵੇਰ ਦੀ ਨਿਮਰਤਾ ਸਵੇਰ ਦੀ ਕਲਾਸ ਵਿੱਚ 3 ਬਚਨ ਰੱਖੇ ਸਨ। ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਾਵੀ ਕੰਤ। ਜੇ ਵਾਹਿਗੁਰੂ ਦੇ ਦੇਸ਼ ਜਾਣਾ, ਜੇ ਵਾਹਿਗੁਰੂ ਦੇ ਦਰਸ਼ਨ ਕਰਨੇ ਆ, ਜੇ ਪ੍ਰਮਾਤਮਾ ਦੀ ਪ੍ਰਸੰਨਤਾ ਲੈਣੀ ਹੈ, ਨਿਮਰਤਾ, ਸਹਿਜਤਾ ਤੇ ਸਿਮਰਨ, ਇਹ 3 ਗੁਣ ਗੁਰਸਿੱਖ ਵਿੱਚ ਜ਼ਰੂਰ ਚਾਹੀਦੇ ਨੇ। ਜਗਿਆਸੂ ਵਿੱਚ, ਗੁਰੂ ਘਰ ਵਿੱਚ ਆਉਣ ਵਾਲੇ ਲਈ ਜ਼ਰੂਰ ਚਾਹੀਦੇ ਨੇ। ਇਸ ਵਾਸਤੇ ਮਹਾਂਪੁਰਖਾਂ ਦੀ ਬਾਂਹ ਨੂੰ ਕੁਛ ਨਹੀਂ ਹੋਇਆ। ਸਿੰਘਾਂ ਨੇ ਗੱਲ ਬਾਬਾ ਵੀਰ ਸਿੰਘ ਜੀ ਨੂੰ ਦੱਸੀ ਤਾਂ ਬਾਬਾ ਜੀ ਨੇ ਫਰਮਾਇਆ, ਇਹ ਮਹਾਂਪੁਰਖਾਂ ਦੇ ਟਾਈਮ ਦੀ ਗੱਲ ਹੈ, ਫਰਮਾਇਆ ਭਾਈ ਇਹ ਸੇਵਾ ਸਿਮਰਨ ਨਾਲ ਰਿੱਧੀਆਂ ਸਿੱਧੀਆਂ ਸੁਭਾਵਕ ਆ ਜਾਂਦੀਆਂ ਹਨ। ਸੇਵਾ ਕਰਦਿਆਂ ਕੋਈ ਸੁਭਾਵਕ ਸ਼ਕਤੀ ਵਰਤੀ ਜਾਵੇ ਤਾਂ ਕੋਈ ਦੋਸ਼ ਨਹੀਂ ਹੁੰਦਾ। ਇਹ ਲੋਕਾਂ ਨੂੰ ਦਿਖਾਉਣ ਲਈ ਥੋੜ੍ਹੀ ਸੀ ਬਈ ਲੈ ਮੈਨੂੰ ਕੜਛੀ ਨਹੀਂ ਮਿਲੀ ਤੇ ਮੈਂ ਬਾਂਹ ਫੇਰਨ ਲੱਗਾ ਕਿਉਂਕਿ ਮੇਰੀ ਬਾਂਹ ਸੜਨੀ ਨਹੀਂ, ਨਾ ਭਾਈ। ਪਰ ਹਉਮੈ ਹੰਕਾਰ ਵਿੱਚ ਲੋਕਾਂ ਨੂੰ ਨਾਟਕ ਚਿਟਕ ਵਿਖਾਉਣੇ ਗੁਰਮਤਿ ਦੇ ਉਲਟ ਹਨ। ਸੋ ਬਾਬਾ ਮਹਾਰਾਜ ਸਿੰਘ ਜੀ ਸਰਬ ਸ਼ਕਤੀ ਸੰਪੰਨ, ਨਾਮ ਅਭਿਆਸੀ, ਸੇਵਾ ਦੇ ਪੁੰਜ, ਪੂਰਨ ਗਿਆਨਵਾਨ, ਆਤਮਦਰਸ਼ੀ ਸਨ। ਬਾਬਾ ਜੀ ਬਾਬਾ ਵੀਰ ਸਿੰਘ ਜੀ ਦੀ ਸ਼ਹੀਦੀ ਸਮੇਂ ਹਰੀ ਕੇ ਪੱਤਣ ਤੇ ਬਾਬਾ ਮਹਾਰਾਜ ਸਿੰਘ ਜੀ ਬਾਬਾ ਵੀਰ ਸਿੰਘ ਜੀ ਦੀ ਆਗਿਆ ਨਾਲ ਸਾਰੀ ਰਾਤ ਲੰਗਰ ਤਿਆਰ ਕਰਦੇ ਰਹੇ। ਕੜਾਹ ਪ੍ਰਸ਼ਾਦ ਦੇ ਕੜਾਹੇ ਕੱਢਦੇ ਰਹੇ। ਬੰਦੂਕਾਂ ਦੀ ਛਲਕ ਅੱਗੇ ਤੋਪਾਂ ਦੇ ਗੋਲਿਆਂ ਵਿੱਚ ਆਪ ਜੀ ਨੇ ਲੰਗਰ ਦੀ ਸੇਵਾ ਨੂੰ ਜਾਰੀ ਰੱਖਿਆ। ਲੰਗਰ ਦੀ ਸੇਵਾ ਕਰਦਿਆਂ ਰਾਤ ਦਿਨ ਹਰ ਸਮੇਂ ਸਿਮਰਨ ਜਾਰੀ ਰਹਿੰਦਾ। 5 ਬਾਣੀਆਂ ਦੇ ਨਿਤਨੇਮ ਤੋਂ ਉਪਰੰਤ ਜਪਜੀ ਸਾਹਿਬ, ਸੁਖਮਨੀ ਸਾਹਿਬ ਅਤੇ ਅਕਾਲ ਉਸਤਤ ਦੇ ਕਈ ਪਾਠ ਕਰਦੇ ਸਨ। ਉਪਰੰਤ ਵਾਹਿਗੁਰੂ ਮੰਤਰ ਦਾ ਸਿਮਰਨ ਲਗਾਤਾਰ ਜਾਰੀ ਰਹਿੰਦਾ ਸੀ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ ਬਾਹਰ ਚਿੱਟੀਆਂ। ਇਹ ਗੱਲਾਂ ਨਹੀਂ ਹੈ ਸਾਧ ਸੰਗਤ, ਇਹ ਗੱਲਾਂ ਨਹੀਂ ਹੈ, ਇਹ ਮਹਾਂਪੁਰਖਾਂ ਦਾ ਰਿਐਲਿਟੀ ਜੀਵਨ ਹੈ, ਇਹ ਉਹਨਾਂ ਦੀ ਕਮਾਈ ਹੈ। ਮੈਂ ਪਰਸੋਂ ਬਚਨ ਕੀਤਾ ਸੀ, ਸਤਿਗੁਰ ਸੱਚੇ ਪਾਤਸ਼ਾਹ ਖਰਿਆਂ ਨੂੰ ਖਜ਼ਾਨੇ 'ਚ ਪਾਉਂਦੇ ਨੇ ਤੇ ਖੋਟਿਆਂ ਨੂੰ ਬਾਹਰ ਸੁੱਟਦੇ ਨੇ। ਖਰੇ ਖਜ਼ਾਨੇ ਪਾਈ ਹੈ ਤੇ ਖੋਟੇ ਸੱਟੀ ਹੈ ਬਾਹਰ ਬਾਹਰ। ਤੇ ਖਰੇ ਕੌਣ ਨੇ? ਐਸੇ ਕਮਾਈ ਵਾਲੇ ਜਿਨ੍ਹਾਂ ਦੇ ਅੰਦਰ ਹਉਮੈ ਨਹੀਂ ਹੈ। ਸੋ ਸੇਵਾ ਸਿਮਰਨ ਨਾਲ ਆਪ ਜੀ ਦੀ ਆਤਮਾ ਬਹੁਤ ਉੱਚੀ ਹੋ ਚੁੱਕੀ ਸੀ। ਨੌਰੰਗਾਬਾਦ ਕੋਈ ਦਿਨ ਰਹਿਣ ਤੋਂ ਉਪਰੰਤ ਡੇਰੇ ਦਾ ਪ੍ਰਬੰਧ ਬਾਬਾ ਖੁਦਾਸ ਸਿੰਘ ਜੀ ਅਤੇ ਬਾਬਾ ਛੋਟੇ ਵੀਰ ਸਿੰਘ ਜੀ ਨੂੰ ਸੰਭਾਲ ਕੇ ਆਪ ਪਿੰਡ ਮੁੱਠਿਆਂ ਵਾਲੇ ਚਲੇ ਗਏ। ਇੱਥੇ ਬਾਬਾ ਵੀਰ ਸਿੰਘ ਜੀ ਦੀ ਯਾਦ ਵਿੱਚ ਸਥਾਨ ਕਾਇਮ ਕੀਤਾ ਗਿਆ। ਮੁੱਠਿਆਂ ਵਾਲੇ ਤੋਂ ਅੰਮ੍ਰਿਤਸਰ ਪਹੁੰਚ ਕੇ ਬਾਬਾ ਵੀਰ ਸਿੰਘ ਜੀ ਦੀ ਯਾਦ ਵਿੱਚ ਬਹੁਤ ਵੱਡਾ ਸਮਾਗਮ ਕੀਤਾ। ਇਸ ਸਮੇਂ ਅਥਾਹ ਇਕੱਠ ਹੋਇਆ ਜਿਸ ਵਿੱਚ ਸਾਧੂ, ਮਹਾਤਮਾ, ਸੰਤ, ਸਤਿਗ੍ਰਸਤੀਆਂ ਤੋਂ ਇਲਾਵਾ ਹਿੰਦੂ, ਮੁਸਲਮਾਨ ਵੀ ਬਹੁਤ ਸੰਖਿਆ ਵਿੱਚ ਪੁੱਜੇ। ਬਾਬਾ ਜੀ ਨੇ ਇਸ ਇਕੱਠ ਵਿੱਚ ਅੰਗਰੇਜ਼ਾਂ ਦੀ ਪੰਜਾਬ ਵਿੱਚ ਬੇਲੋੜੀ ਦਖਲ ਅੰਦਾਜ਼ੀ ਦਾ ਵਿਰੋਧ ਵੀ ਕੀਤਾ ਬਾਬਾ ਮਹਾਰਾਜ ਸਿੰਘ ਜੀ ਨੇ, ਅਤੇ ਸੰਕੇਤ ਵੀ ਕੀਤਾ ਕਿ ਸਰਬ ਪੰਜਾਬੀਆਂ ਦੇ ਸਹਿਯੋਗ ਨਾਲ ਫਰੰਗੀਆਂ ਨੂੰ ਪੰਜਾਬ ਵਿੱਚੋਂ ਕੱਢਣ ਦਾ ਯਤਨ ਕੀਤਾ ਜਾਏ। ਅੱਜ ਜਿਹੜੀਆਂ ਸਾਧ ਸੰਗਤ ਤੇ ਆਜ਼ਾਦੀਆਂ ਨੇ ਨਾ, ਇਹ ਇਹਨਾਂ ਮਹਾਂਪੁਰਖਾਂ ਦੀਆਂ ਕੀਤੀਆਂ ਹੋਈਆਂ ਘਾਲਣਾ ਦੇ ਫਲ ਸਰੂਪ ਹੈ। ਇਸ ਕਰਕੇ ਸਾਨੂੰ ਆਪਣੇ ਪੁਰਵਜਾਂ, ਆਪਣੇ ਵਡੇਰਿਆਂ, ਆਪਣੇ ਮਹਾਂਪੁਰਖਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਆਪ ਜੀ ਦੇ ਉਦਾਲੇ ਇਤਨਾ ਇਕੱਠ ਵੇਖ ਕੇ ਫਿਰੰਗੀ ਹੋਰ ਘਬਰਾ ਗਿਆ ਅਤੇ ਪੁਲਿਸ ਦੁਆਰਾ ਹਰ ਸਮੇਂ ਨਿਗਰਾਨੀ ਹੋਣ ਲੱਗੀ। ਮਹਾਰਾਣੀ ਜਿੰਦਾਂ ਜਦੋਂ ਅੰਮ੍ਰਿਤਸਰ ਵਿੱਚ ਦਰਸ਼ਨ ਕਰਨ ਆਉਂਦੀ ਤਾਂ ਮਹਾਰਾਜਾ ਦਲੀਪ ਸਿੰਘ ਸਮੇਤ ਬਾਬਾ ਮਹਾਰਾਜ ਸਿੰਘ ਜੀ ਦੀ ਸੇਵਾ ਵਿੱਚ ਅਵਸ਼ ਹਾਜ਼ਰ ਹੁੰਦੀ। ਅੰਗਰੇਜ਼ ਬਾਬਾ ਜੀ ਨੂੰ ਹੋਰ ਕੈਰੀ ਅੱਖ ਨਾਲ ਵੇਖਣ ਲੱਗੇ। ਬਾਬਾ ਜੀ ਦੇ ਪ੍ਰਭਾਵ ਨੂੰ ਖਤਮ ਕਰਨ ਵਾਸਤੇ, ਬਾਬਾ ਜੀ ਤੇ ਕੇਸ ਚਲਾਉਣ ਵਾਸਤੇ
ਪ੍ਰੇਮਾ ਨਾਮ ਦੇ ਪਹਾੜੀਏ ਨੂੰ ਤਿਆਰ ਕੀਤਾ। ਇਹ ਪਹਾੜੀਆ ਗੁਲਾਬ ਸਿੰਘ ਡੋਗਰੇ ਦਾ ਸਾਥੀ ਗਾਰਡ ਰਹਿ ਚੁੱਕਾ ਸੀ। ਇਸ ਕੋਲੋਂ ਇਸ ਭਾਵ ਦਾ ਬਿਆਨ ਦਵਾਇਆ ਗਿਆ ਕਿ ਬਾਬਾ ਮਹਾਰਾਜ ਸਿੰਘ ਰੈਜੀਡੈਂਟ ਲਾਰੈਂਸ ਅਤੇ ਉਸ ਦੇ ਸਾਥੀਆਂ ਨੂੰ ਕਤਲ ਕਰਨਾ ਚਾਹੁੰਦੇ ਨੇ। ਐਸੀਆਂ ਸਾਜ਼ਿਸ਼ਾਂ ਅੰਗਰੇਜ਼ ਵੀ ਕਰਦੇ ਰਹੇ ਤੇ ਸਾਧ ਸੰਗਤ ਅੱਜ ਦੇ ਕਾਲੇ ਅੰਗਰੇਜ਼ ਵੀ ਕਰ ਰਹੇ ਹਨ। ਇਹ ਕੁਟਲ ਨੀਤੀਆਂ ਉਹੋ ਹੀ ਚੱਲ ਰਹੀਆਂ ਨੇ। ਮਹਾਰਾਣੀ ਜਿੰਦਾ ਨਾਲ ਵੀ ਗੁਪਤ ਗੱਲ ਚੱਲ ਰਹੀ ਸੀ। ਇਸ ਬਾਰੇ ਲੈਫਟੀਨੈਂਟ ਕਰਨਲ S.M. ਲਾਰੈਂਸ ਨੇ ਗਵਰਨਰ ਜਨਰਲ ਡਲਹੌਜੀ ਨੂੰ 1 ਜੂਨ 1847 ਨੂੰ ਇੱਕ ਪੱਤਰਕਾ ਲਿਖੀ, ਜਿਸ ਵਿੱਚ ਦਰਜ ਸੀ, ਪ੍ਰੇਮਾ ਮੈਨੂੰ 4 ਵਾਰ ਮਿਲ ਚੁੱਕਾ ਹੈ। ਉਹ ਕਹਿੰਦਾ ਕਿ ਮਹਾਰਾਜ ਸਿੰਘ ਅੰਮ੍ਰਿਤਸਰ ਦਾ ਪ੍ਰਭਾਵਸ਼ਾਲੀ ਸਿੱਖ ਹੈ। ਉਸ ਦੇ ਸ਼ੱਕੀਆ ਵਿਹਾਰ ਬਾਰੇ ਮੈਨੂੰ ਕਈ ਖਬਰਾਂ ਮਿਲ ਚੁੱਕੀਆਂ ਹਨ। ਉਹ ਅਜਿਹਾ ਹਰ ਕੰਮ ਕਰਦਾ ਜੋ ਉਸ ਨੂੰ ਮਹਾਰਾਣੀ ਜਿੰਦਾ ਆਖਦੀ ਹੈ। ਚੁਗਲਖੋਰਾਂ ਨੇ ਕੰਮ ਚੁਗਲੀ ਦਾ ਹੀ ਕਰਨਾ। ਆਪ ਜੀ ਨੇ ਛੋਟੀ ਜਿਹੀ ਸਾਖੀ ਕਈ ਵਾਰੀ ਕਈ ਵਿਦਵਾਨਾਂ ਤੋਂ ਸੁਣੀ ਹੋਏਗੀ ਕਿ ਕੋਈ ਮਹਾਂਪੁਰਖ ਦਰਿਆ ਦੇ ਕਿਨਾਰੇ ਤੇ ਬੈਠੇ ਨੇ। ਇੱਕ ਬਿੱਛੂ ਪਾਣੀ ਵਿੱਚ ਉਹਨਾਂ ਨੇ ਦੇਖਿਆ, ਵਿਚਾਰਾ ਛੱਲਾਂ ਖਾ ਰਿਹਾ ਹੈ। ਮਹਾਂਪੁਰਖਾਂ ਨੇ ਬਿੱਛੂ ਨੂੰ ਫੜ ਕੇ ਬਾਹਰ ਕੱਢ ਦਿੱਤਾ। ਉਹਨੇ ਡੰਗ ਮਾਰਿਆ, ਉਹ ਘੁੰਮਦਾ ਘੁਮਾਉਂਦਾ ਫਿਰ ਰਿੜਦਾ ਪਾਣੀ 'ਚ ਚਲਾ ਗਿਆ। ਮਹਾਂਪੁਰਖਾਂ ਫੇਰ ਕੱਢਿਆ, ਉਹਨੇ ਫੇਰ ਡੰਗ ਮਾਰਿਆ, ਉਹਨਾਂ ਫੇਰ ਕੱਢ ਦਿੱਤਾ। ਸ਼ਰਧਾਲੂਆਂ ਨੇ ਕਿਹਾ, ਮਹਾਰਾਜ ਬਾਰ-ਬਾਰ ਇਸ ਬਿੱਛੂ ਨੂੰ ਕਿਉਂ ਹੱਥ ਲਾਉਂਦੇ ਹੋ? ਬਿੱਛੂ ਦਾ ਤੇ ਕੰਮ ਹੀ ਡੰਗ ਮਾਰਨਾ ਹੈ, ਤੁਸੀਂ ਇਹਨੂੰ ਮਹਾਰਾਜ ਕਹਿੰਦੇ ਹੱਦ ਹੋ ਗਈ ਭਲਿਆ, ਇਹ ਆਪਣਾ ਕੰਮ ਨਹੀਂ ਛੱਡਦਾ। ਤੇ ਅਸੀਂ ਆਖੋ ਸਤਨਾਮ, ਅਸੀਂ ਆਪਣਾ ਕੰਮ ਕਿਉਂ ਛੱਡੀਏ ਬਈ? ਇਹਦਾ ਕੰਮ ਹੈ ਡੰਗ ਮਾਰਨਾ ਤੇ ਸਾਡਾ ਕੰਮ ਹੈ ਬਚਾਉਣਾ। ਇਹ ਆਪਣਾ ਕੰਮ ਕਰੀ ਜਾਵੇ, ਆਪਾਂ ਆਪਣਾ ਕੰਮ ਕਰ ਰਹੇ ਹਾਂ। ਇਹ ਛੋਟੀ ਜਿਹੀ ਟੂਕ ਤੋਂ ਪਤਾ ਲੱਗਦਾ ਹੈ ਕਿ ਪਰ ਉਪਕਾਰੀ ਮਹਾਤਮਾ ਜਿਹੜੇ ਨੇ, ਭਾਵੇਂ ਲੋਕ ਜੋ ਮਰਜ਼ੀ ਬੋਲੀ ਜਾਣ, ਜੋ ਮਰਜ਼ੀ ਕਰੀ ਜਾਣ, ਉਹ ਆਪਣੇ ਮਾਰਗ ਤੇ ਸਿੱਧੇ ਹੋ ਕੇ ਤੁਰੇ ਰਹਿੰਦੇ ਹਨ, ਅਡੋਲ ਰਹਿੰਦੇ ਹਨ। ਸੋ ਚੁਗਲ ਲੋਕਾਂ ਨੇ ਕੀ ਕਰਨਾ ਹੈ? ਉਹਨਾਂ ਕੋਲ ਹੈ ਹੀ ਚੁਗਲੀ ਹੈ ਜੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਆਤਮਾ, ਨਿਮਰਤਾ ਦੇ ਸੋਮੇ, ਸ਼ਾਂਤੀ ਦੇ ਪਰਬਤ, ਤੇ ਦੇਖ ਲਓ ਕਿੱਡੇ ਦਿਆਲੂ। ਉਹਨਾਂ ਦੇ ਜਿਹੜੇ ਭਰਾ ਪ੍ਰਿਥੀ ਚੰਦ, ਇੰਨੇ ਜ਼ਿਆਦਾ ਕੁਟਲ, ਇੰਨੇ ਜ਼ਿਆਦਾ ਕੁਰਖਤ, ਇੰਨੇ ਜ਼ਿਆਦਾ ਗਲਤ ਮਾਰਗ ਤੇ ਚੱਲਣ ਵਾਲੇ ਕਿ ਸੱਚੇ ਪਾਤਸ਼ਾਹ ਲਾਹੌਰ ਗਏ ਨੇ। ਮਹਾਰਾਜ ਉੱਥੋਂ ਚਿੱਠੀਆਂ ਪਾਉਂਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਪਿਤਾ ਜੀ ਨੂੰ ਕਿ ਮੇਰਾ ਦਰਸ਼ਨ ਕਰਨ ਤੇ ਚਿੱਤ ਕਰਦਾ, ਮਹਾਰਾਜ ਆਪ ਜੀ ਕਿਰਪਾ ਕਰੋ, ਹੁਕਮ ਕਰੋ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤੇ ਚਿੱਠੀ ਪ੍ਰਿਥੀ ਚੰਦ ਲੈ ਲੈਂਦਾ, ਕਹਿੰਦਾ ਇਹ ਲਾਹੌਰ ਹੀ ਰਹੇ ਤੇ ਚੰਗੀ ਗੱਲ ਹੈ, ਇਹ ਉੱਥੇ ਹੀ ਮਰ ਖੱਪ ਜਾਏ ਤੇ ਚੰਗੀ ਗੱਲ ਹੈ, ਮਤਲਬ ਕਿ ਗੱਦੀ ਮੈਨੂੰ ਮਿਲ ਜਾਏ। ਇਹ ਅੱਜ ਤੋਂ ਨਹੀਂ, ਇਹ ਪਰੰਪਰਾ ਇਸੇ ਤਰ੍ਹਾਂ ਹੀ ਚਲੀ ਆਈ ਹੈ। ਅੱਜ ਕੋਈ ਨਵੇਂ ਨਹੀਂ ਲੋਕ ਸੰਤਾਂ ਦੇ ਵਿਰੋਧੀ ਹੋਏ। ਤੇ ਸਤਿਗੁਰੂ ਜੀ ਸਰੋਪਾ ਦਿੰਦੇ ਨੇ ਵਿਰੋਧੀਆਂ ਨੂੰ, ਉਹ ਕਿਹੜਾ ਹੈ? ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ, ਕਿਸੇ ਨਾਲ ਤਾਂ ਪਿਆਰ ਕਰਦੇ ਹੀ ਹੋਣਗੇ ਨਾ ਵਿਚਾਰੇ ਭਲੇ ਮਾਨਸ, ਫਿਰ ਉਹ ਦੁਸ਼ਟਾਂ ਨਾਲ ਪਿਆਰ ਕਰਦੇ ਨੇ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਤੇ ਸਤਿਗੁਰ ਕਹਿੰਦੇ ਆਗੇ ਪਾਛੇ ਸੁੱਖ ਨਹੀਂ ਮਰ, ਜੰਮੇ ਵਾਰੋ ਵਾਰ। ਜੰਮਦੇ ਤੇ ਮਰਦੇ ਰਹਿੰਦੇ ਨੇ। ਸੋ ਮੈਂ ਬੇਨਤੀ ਕਰਦਾ, ਲਾਈਵ ਵੀ ਸਾਰੇ ਚੱਲ ਰਿਹਾ, ਇਹ ਰਿਕਾਰਡ ਵੀ ਰਹਿਣਾ। ਸਾਧ ਸੰਗਤ ਬਾਣੀ ਦਾ ਪੰਨਾ ਪੰਨਾ ਕਹਿੰਦਾ, ਗੁਰਮੁਖਾਂ ਦੀ ਸੰਗਤ, ਸਾਧੂਆਂ ਦੀ ਸੰਗਤ, ਭਲਿਆਂ ਦੀ ਸੰਗਤ, ਪਰਉਪਕਾਰੀਆਂ ਦੀ ਸੰਗਤ, ਮਹਾਂਪੁਰਖਾਂ ਦੀ ਸੰਗਤ ਕਰੋ। ਇੱਕ
ਇੱਕ ਵੀ ਕੋਈ ਪੰਕਤੀ ਸਾਨੂੰ ਕੱਢ ਕੇ ਦਿਖਾਓ ਜਿਹੜੀ ਕਹਿੰਦੀ ਨਿੰਦਕਾਂ ਦਾ ਸੰਗ ਕਰੋ, ਮੂਰਖਾਂ ਦਾ ਸੰਗ ਕਰੋ। ਮਹਾਰਾਜ ਕਹਿੰਦੇ ਮੂਰਖਾਂ ਕੋਲੋਂ ਦੂਰੇ ਜਾਈਏ, ਇਹਨਾਂ ਕੋਲ ਦੂਰ ਹੋ ਜਾਣਾ ਚਾਹੀਦਾ। ਸੰਗ ਕੁਸੰਗੀ ਬੈਸ ਤੇ ਤਬ ਪੁੱਛੇ ਧਰਮ ਰਾਏ, ਲੇਖਾ ਦੇਣਾ ਪਊ। 1 ਮਿੰਟ ਕਿਸੇ ਨਿੰਦਕ ਕੋਲ ਬਹਿ ਜਾਓ, ਤੁਸੀਂ 20 ਸਾਲ ਇੱਥੇ ਸੰਗਤ ਕਰਦੇ ਹੋਵੋ, ਉਹਨੇ 1 ਮਿੰਟ 'ਚ ਤੁਹਾਡੀ ਕੀਤੀ ਕਰਾਈ ਤੇ ਸੁਹਾਗਾ 1 ਮਿੰਟ 'ਚ। ਤੇ ਜਿਵੇਂ ਆਪਾਂ ਬਿਮਾਰੀ ਤੋਂ ਬਚਾਅ ਕਰਨਾ ਨਾ, ਇਵੇਂ ਇਹਨਾਂ ਲੋਕਾਂ ਤੋਂ ਬਚਾਅ ਕਰਨਾ ਵੀ ਨਿੰਦਕ ਦੇ 1 ਮਿੰਟ ਵੀ ਸੰਗਤ ਕਦੇ ਨਹੀਂ ਕਰਨੀ ਨਾ ਹੋਵੇ। ਜਦੋਂ ਵੀ ਸੰਗਤ ਹੋਵੇ, ਵਾਹਿਗੁਰੂ ਜੀ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ, ਹੇਤ ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ। कबीर साधु की संगत रहो, जौं की भूसी खाओ, रुखी मिस्सी खा लो, गरीबी कट लो, है जी, लोकां दे ताने मेहणे जर लो, पर किसे नास्तिक दा संग ना करो। कबीर साधु की संगत रहो, जौं की भूसी खाओ, होनहार सो होए है साकत संग ना जाओ। वरजदा है सानू महाराज। इस करके साध संगत इन्हां ने अपनियां कुटल नीतियां वरतियां। असी प्रेमे नूं 12 सरदारां दे अगे पेश कीता। ਉਹ ਇਹ ਸਮਝਦੇ ਹਨ ਕਿ ਪ੍ਰੇਮਾ ਬੂਟਾ ਸਿੰਘ ਨੂੰ ਮਿਲਿਆ ਸੀ ਅਤੇ ਉਸ ਨੂੰ ਰਾਣੀ ਨੇ ਮਹਾਰਾਜ ਸਿੰਘ ਕੋਲ ਭੇਜਿਆ। ਇਸੇ ਪੱਤਰਕਾ ਵਿੱਚ ਅੱਗੇ ਲਿਖਿਆ, ਪ੍ਰੇਮਾ ਗੱਲਾਂ ਤੇ ਕਰਦਾ ਹੈ ਕਿ ਕਈ ਸਰਦਾਰ ਇਸ ਨਾਲ ਸੰਬੰਧ ਰੱਖਦੇ ਹਨ। ਹੁਣ ਜਦੋਂ ਕਿਸੇ ਨੇ ਮੰਤਰਾਂ ਵਾਂਗੂ ਕਰਨੀ ਕੋਈ ਨਾ ਕੋਈ ਟੇਢੀ ਗੱਲ ਹੈ ਤੇ ਅਸਰ ਤੇ ਹੋ ਹੀ ਜਾਣਾ। ਕਿਸੇ ਜੱਟ ਵਿਚਾਰੇ ਕੋਲੋਂ ਭਲੇ ਮਾਨਸ ਕੋਲੋਂ ਠੱਗਾਂ ਨੇ ਬੌਲਦ ਠੱਗ ਲਿਆ। ਉਹ ਕਿਵੇਂ ਠੱਗਿਆ ਜੀ? ਇੱਕ ਠੱਗ ਮਿਲਿਆ, ਉਹ ਕਹਿੰਦਾ ਜੱਟਾ ਕੀ ਲਿਆਇਆ? ਕਹਿੰਦਾ ਬੌਲਦ। ਉਹ ਤੇਰਾ ਭਲਾ ਜੇ ਬੌਲਦ ਕਿੱਥੋਂ ਆਵੇ, ਇਹ ਤਾਂ ਭੇਡੂ ਹੈ। ਉਹ ਕਹਿੰਦਾ ਜਾਗਾ ਮਾਰ ਕੇ ਤੇਰੇ 2 ਭੇਡੂ ਦਿਸਦਾ ਤੈਨੂੰ, ਇਹ ਤੇ ਬੌਲਦ ਆ। ਅੱਗੇ ਕਿਲੋਮੀਟਰ ਤੇ ਘੋਰ ਠੱਗ ਖਲੋਤਾ। ਉਹ ਕਹਿੰਦਾ ਜੱਟਾ ਕੀ ਲਿਆਇਆ? ਕਹਿੰਦਾ ਬੌਲਦ। ਕਹਿੰਦਾ ਮੂਰਖ ਹੈ ਤੇ ਬੱਕਰਾ, ਤੇਰਾ ਬੇੜਾ ਬਹਿ ਜੇ, ਬੱਕਰਾ ਕਿੱਥੋਂ ਆਵੇ? ਜਦੋਂ ਤੀਸਰੇ ਠੱਗ ਨੇ ਕੁਛ ਕਿਹਾ ਹੋਰ ਤੇ ਉਹ ਜੱਟ ਦੇ ਮਨ 'ਚ ਮਾੜਾ ਜਿਹਾ ਕੋਈ ਡੱਕਾ ਆ ਗਿਆ। ਕਹਿੰਦਾ ਵੀ ਕਿਸੇ ਨੂੰ ਕੁਛ ਦਿਸਦਾ ਹੈ, ਕਿਸੇ ਨੂੰ ਕੁਛ ਦਿਸਦਾ ਹੈ। ਇੱਕ ਵਿਚਾਰਾ ਦੂਰ ਖਲੋਤਾ, ਕਹਿੰਦਾ ਜੱਟਾ ਕੀ ਲਿਆ? ਕਹਿੰਦਾ ਬੌਲਦ। ਕਹਿੰਦਾ ਮੂਰਖਾ ਛਲੇਡਾ ਹੈ, ਕਦੇ ਕੋਈ ਰੂਪ ਬਣਾਉਂਦਾ ਕਦੇ ਕੋਈ ਬਣਾਉਂਦਾ। ਜੱਟ ਵਿਚਾਰੇ ਆਖਿਆ ਵੀ ਪੈਸੇ ਤੇ ਗਏ, ਸੋਰੀ ਬਲਾ ਗਲੋਂ ਲਾਓ। ਉਹਨੇ ਰੱਸਾ ਛੱਡ ਦਿੱਤਾ। ਉਹ ਜਿਹੜੇ ਠੱਗ ਸੀ ਉਹ ਲੈ ਗਏ। ਐਵੇਂ ਸਾਧ ਸੰਗਤ ਅਸਰ ਹੋ ਜਾਂਦਾ ਹੈ, ਪਰ ਸਾਨੂੰ ਇਸ ਪੱਖ ਤੋਂ ਵੀ ਸੁਚੇਤ। ਆਪ ਜੀ ਕਈ ਵਾਰ ਕਥਾ ਸੁਣਦੇ ਹੋ ਕਥਾਵਾਚਕਾਂ ਦੀਆਂ, ਤੇ ਕਈ ਇੰਨੇ ਜ਼ਿਆਦਾ ਕਥਾਵਾਚਕ ਪ੍ਰਚਾਰਕ ਤਕੜੇ ਨੇ ਕਿ ਸ਼ੁਰੂ ਹੀ ਨਿੰਦਿਆ ਤੋਂ ਕਰਦੇ ਨੇ। ਸੰਤ ਸ਼ਬਦ ਤੇ ਤਾਂ ਇੰਨੀ ਅਲਰਜੀ ਕਰਦੇ ਆ। ਕਿੰਨੇ ਦਿਨ ਹੋ ਗਏ ਆਪ ਜੀ ਸੁਣ ਰਹੇ ਹੋ ਮਹਾਂਪੁਰਖਾਂ ਦੇ ਪਰਉਪਕਾਰ, ਨਿਰਮਲ ਪੰਥ ਦੀ ਗੌਰਵ ਗਾਥਾ। ਮੈਨੂੰ ਸਵੇਰੇ ਕੈਨੇਡਾ ਤੋਂ ਫੋਨ ਆਇਆ, ਉਹ ਕਹਿਣ ਲੱਗੇ ਅਸੀਂ ਹਰ ਰੋਜ਼ ਸੁਣਦੇ ਹਾਂ, ਸਾਨੂੰ ਨਹੀਂ ਸੀ ਪਤਾ। ਅਸੀਂ ਇਹ ਜ਼ਰੂਰ ਜਾਣਦੇ ਸਾਂ ਵੀ ਨਿਰਮਲੇ ਸੰਤ ਹੁੰਦੇ ਨੇ, ਪਰ ਇੰਨਾ ਪਰਉਪਕਾਰ ਇਹਨਾਂ ਦਾ। ਉਹ ਕਹਿੰਦੇ ਅਸੀਂ ਪਤਾ ਨਹੀਂ ਕਿੰਨੇ ਜਣਿਆਂ ਨੂੰ ਇਹ ਅੱਗੇ ਸੈਂਡ ਕਰਦੇ ਹਾਂ, ਭਾਈ ਸੁਣੋ ਮਹਾਂਪੁਰਖਾਂ ਦੇ ਪਰਉਪਕਾਰ। ਉਹ ਕਹਿੰਦੇ ਅਸੀਂ ਜਿੰਨਾ ਤੁਸੀਂ ਇਹ ਪੂਰਾ ਸੁਣਾਓਗੇ ਅਸੀਂ ਦੁਬਾਰਾ ਇਸ ਨੂੰ ਫੇਰ ਸੁਣਾਂਗੇ। ਕਾਰਨ ਕਿ ਸਾਧ ਸੰਗਤ ਰੱਬ ਦੇ ਪਿਆਰਿਆਂ ਦੇ ਨਾਮ ਹੀ ਲੈ ਲਈਏ ਨਾ। ਆਪਾਂ ਬਾਬਾ ਦੀਪ ਸਿੰਘ ਜੀ ਨਹੀਂ ਦੇਖੇ, ਭਾਈ ਮਨੀ ਸਿੰਘ ਜੀ ਅਸੀਂ ਨਹੀਂ ਦੇਖੇ। ਉਹਨਾਂ ਦਾ ਤੁਸੀਂ ਨਾਮ ਲਓ, ਨਾਮ ਲੈਂਦਿਆਂ ਮਨ ਅੰਦਰ ਸਾਧ ਸੰਗਤ ਕੋਈ ਬਲ ਆ ਜਾਂਦਾ ਹੈ। ਭਗਤ ਕਬੀਰ ਜੀ ਦਾ ਜਨਮ ਦਿਹਾੜਾ ਪਰਸੋਂ ਚੌਥ ਲੰਘਿਆ। ਮੈਂ ਬਚਨ ਸੁਣਾਏ ਸੀ ਸੰਗਤ ਨੂੰ, ਬਾਬਾ ਕਬੀਰ ਜੀ ਦਾ ਨਾਮ ਲਓ
ਉਹਨਾਂ ਦੇ ਪਰ ਉਪਕਾਰ ਸਾਧ ਸੰਗਤ ਸਾਰੇ ਅੰਦਰ ਹਵਾ ਦੀ ਤਰ੍ਹਾਂ ਆ ਜਾਂਦੇ ਨੇ। ਮਤਲਬ ਕਿ ਪਰ ਉਪਕਾਰੀ ਮਹਾਂਪੁਰਖ ਨੇ ਨਾ ਇਹ। ਤੇ ਉਹਨਾਂ ਦਾ ਨਾਮ ਲੈਣਾ, ਗੁਰਬਾਣੀ ਵਿੱਚ ਬਚਨ ਕੀਤਾ ਮਹਾਰਾਜ ਨੇ, ਜੇ ਕੋ ਜਿਉ ਕਹੇ ਉਹਨਾਂ ਕੋ ਤੇ ਜਮ ਕੀ ਤਲਬ ਨਾ ਹੋਏ। ਕੱਲਾ ਇੰਨਾ ਹੀ ਕਹਿ ਦੇਵੇ ਕਿਸੇ ਮਹਾਂਪੁਰਖ ਨੂੰ, ਆਓ ਜੀ ਜੀ ਆਇਆਂ ਨੂੰ, ਇੰਨਾ ਹੀ ਬਸ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜੇ ਕੋ ਜਿਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਮ ਨਹੀਂ ਮੁੜ ਕੇ ਉਸ ਨੂੰ ਫੜ ਕੇ ਲੈ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਲਈ ਸਾਧ ਸੰਗਤ ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰੀਏ, ਉਹਨਾਂ ਦੀਆਂ ਜੀਵਨੀਆਂ ਪੜ੍ਹੀਏ ਤਾਂ ਕਿ ਸਾਡੇ ਮਨ ਨਿਮਰਤਾ 'ਚ ਰਹਿਣ। ਕਮਾਈ ਵਾਲਿਆਂ ਦੀ ਕਮਾਈ ਦੀ ਕੋਈ ਥੋੜੀ ਜਿਹੀ ਕਣੀ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਨਾ ਆਵੇ। ਕੋਈ ਕਿਣਕਾ ਮਾਤਰ ਉਹਨਾਂ ਦਾ ਸਾਡੇ ਅੰਦਰ ਵਸ ਜਾਏ। ਸੋ ਇਹ ਕਮਾਈ ਵਾਲਿਆਂ ਦੀਆਂ ਜੀਵਨੀਆਂ ਆਪ ਜੀ ਸੁਣ ਰਹੇ ਹੋ। ਇਸ ਕੇਸ ਦਾ ਸਰਕਾਰੀ ਮੁਖਬਰ ਪ੍ਰੇਮਾ ਭਾਵੇਂ ਕੋਈ ਸਬੂਤ ਨਹੀਂ ਦੇ ਸਕਿਆ, ਪਰ ਫਿਰ ਵੀ ਪ੍ਰੇਮੇ ਦੀ ਮੁਖਬਰੀ ਨੂੰ ਆਧਾਰ ਬਣਾ ਕੇ ਫਰੰਗੀਆਂ ਨੇ ਬਾਬਾ ਮਹਾਰਾਜ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ। ਸਰਕਾਰਾਂ ਕੋਲ ਸੱਤਾ ਹੈ। ਮੈਂ ਕੱਲ 2 ਪੁਆਇੰਟ ਰੱਖੇ ਸੀ, ਸੱਤ ਤੇ ਸੱਤਾ। ਜਿਹੜਾ ਸੱਤਾਵਾਦੀ ਹੈ ਉਹਦੇ ਕੋਲ ਪਾਵਰ ਹੈ, ਸੱਤਵਾਦੀ ਕੋਲ ਵੀ ਪਾਵਰ ਹੈ, ਪਰ ਉਹਦੀ ਇਕੱਲੀ ਬੇਨਤੀ ਅਕਾਲ ਪੁਰਖ ਵਾਹਿਗੁਰੂ ਕੋਲ ਹੈ। ਉਹਨੇ ਜਦੋਂ ਅਰਦਾਸ ਕਰਨੀ ਹੈ ਉਹਦੇ ਚਰਨਾਂ 'ਚ ਕਰਨੀ ਹੈ। ਸੱਤਵਾਦੀ ਨੇ ਕਦੇ ਰਾਜੇ ਮਹਾਰਾਜੇ ਅੱਗੇ ਜਾ ਕੇ ਹੱਥ ਜੋੜ ਕੇ ਨਹੀਂ ਬੇਨਤੀ ਕਰਨੀ, ਜੀ ਮੈਨੂੰ ਬਖਸ਼ ਦਿਓ ਜੀ। ਸੱਤ ਦਾ ਤੇ ਸੱਤਾ ਦਾ ਇਹ ਸ਼ੁਰੂ ਤੋਂ ਆਪੋਜੀਸ਼ਨ ਚੱਲਿਆ ਆਇਆ। ਸੱਤਵਾਦੀ ਆਪਣਾ ਜੋ ਵੀ ਸੱਤਾਵਾਦੀ ਜਿਹੜੇ ਲੋਕ ਨੇ ਉਹਨਾਂ ਕੋਲ ਪਾਵਰ ਹੈ। ਹੁਣ ਸਾਨੂੰ ਹਿੰਦੁਸਤਾਨ ਦੀ ਸਰਕਾਰ ਆ ਦੇਖੋ ਨਾ, ਕਹਿੰਦੇ ਵੀ ਮੂੰਹ ਤੇ ਤੁਸੀਂ ਆ ਲਗਾ ਕੇ ਰੱਖੋ ਮਾਸਕ, ਘਰਾਂ 'ਚ ਤੁਸੀਂ ਸਾਰੇ ਇਕੱਠੇ ਰਹਿੰਦੇ ਹੋ, ਬਾਜ਼ਾਰਾਂ ਦੇ ਵਿੱਚ ਸਾਧ ਸੰਗਤ ਲੋਕ ਕਿੰਨੀ ਦੁਨੀਆ ਤੁਰੀ ਫਿਰਦੀ ਹੈ ਤੇ ਗੁਰਦੁਆਰੇ ਸਾਰੇ ਬੰਦ ਕੀਤੇ ਪਏ ਨੇ, ਹੈ ਜੀ। ਹੁਣ ਮੂੰਹ ਤੇ ਤੁਸੀਂ ਮਾਸਕ ਲਗਾਓ, ਨਹੀਂ ਲੱਗਾ 500 ਰੁਪਈਆ ਜੁਰਮਾਨਾ, 500 ਰੁਪਈਆ ਦੇ ਦਿਓ ਤੇ ਕੰਮ ਠੀਕ ਹੋ ਗਿਆ। ਤੇ ਫਿਰ ਮਾਇਆ ਦਾ ਉਪਰਾਲਾ ਨਹੀਂ ਸਾਰਾ। ਮੈਂ ਗਲਤ ਤਾਂ ਨਹੀਂ ਕਹਿ ਰਿਹਾ ਜੀ, ਤੁਸੀਂ ਪੁਲਿਸ ਡਿਪਾਰਟਮੈਂਟ 'ਚ 200 ਹੀ ਦੇ ਦਿਓ, 100 ਹੀ ਫੜਾ ਦਿਓ, ਦੇ ਜਾਓ ਕੁਛ ਨਾ। ਇਹ ਹੁਣ ਸਰਕਾਰਾਂ ਜੋ ਮਰਜ਼ੀ ਕਰੀ ਜਾਣ, ਪਰ ਹਰੇਕ ਨੂੰ ਇਹ ਡੰਨ ਭਰਨਾ ਪੈਣਾ। ਆਪਾਂ ਨੂੰ ਕਿਸੇ ਨੂੰ ਕਰੋਨਾ ਹੋਵੇ ਜਾਂ ਨਾ ਹੋਵੇ, ਪਰ ਸਾਧ ਸੰਗਤ ਇਹ ਲੋਕ ਆਪਣਾ ਪੇਟ ਭਰਨਗੇ। ਸੋ ਕਾਰਨ ਸੰਗਤ ਜੀ, ਦੁਨੀਆ ਨੂੰ ਅਸੀਂ ਡਰਾ ਕੇ ਧਮਕਾ ਕੇ ਆਪਣੀ ਪਾਵਰ ਵਰਤ ਕੇ ਕੁਝ ਵੀ ਕਰ ਸਕਦੇ ਹਾਂ। ਨਹੀਂ ਤੇ ਹਰਮੰਦਰ ਸਾਹਿਬ ਸਾਧ ਸੰਗਤ ਉੱਥੇ ਕੋਈ ਟੈਂਕ ਚੜਾ ਸਕਦਾ ਸੀ, ਜਿੱਥੇ 8 ਪਹਿਰ ਬਾਣੀ ਕੀਰਤਨ। ਠੀਕ ਹੈ ਕਿ ਮਹਾਂਪੁਰਖਾਂ ਨੇ ਉੱਥੇ ਮੋਰਚਾ ਲਾਇਆ, ਉਹਨਾਂ ਜਗ੍ਹਾ ਉਹ ਚੁਣੀ, ਪਰੰਤੂ ਸਾਧ ਸੰਗਤ ਫਿਰ ਵੀ ਉਹ ਮਹਾਂਪੁਰਖ ਨੇਮੀ ਪ੍ਰੇਮੀ ਭਜਨੀਕ ਜਿੰਨੇ ਵੀ ਉਹਨਾਂ ਦੇ ਜੁਝਾਰੂ ਸਿੰਘ ਭਜਨ ਸਿਮਰਨ ਪਾਠ ਕਰਨ ਵਾਲੇ, ਵਿਦਿਆ ਪੜ੍ਹਨ ਵਾਲੇ, ਪਰ ਸਰਕਾਰਾਂ ਦੀ ਜੋ ਮਨ ਆਈ ਆ ਉਹ ਹੀ ਕਰੀ ਜਾਣ, ਕੋਈ ਵੀ ਨਾ ਬੋਲੇ। ਸੋ ਇਹ ਮਹਾਰਾਜ ਸਿੰਘ ਜੀ ਬਾਬਾ ਜੀ ਜਿਹੜੇ ਸਨ, ਇਹ ਵੀ ਫਿਰ ਸਾਧ ਸੰਗਤ ਜਦੋਂ ਸੱਤ ਤੇ ਅੜੇ ਰਹੇ, ਫਿਰ ਇਹਨਾਂ ਨੂੰ ਸਰਕਾਰਾਂ ਨੇ ਫੜ ਲਿਆ। ਸੋ ਆਹੂਤੀਆਂ ਦੇ ਦਿੱਤੀਆਂ ਮਹਾਂਪੁਰਖਾਂ ਨੇ। ਅੱਜ ਇਹਨਾਂ ਦੇ ਇਤਿਹਾਸ ਅਸੀਂ ਯਾਦ ਕਰਦੇ ਹਾਂ। ਜਿੱਥੇ ਜਿੱਥੇ ਮਹਾਂਪੁਰਖ ਬੈਠੇ ਉੱਥੇ ਗੁਰਦੁਆਰੇ ਬਣੇ। ਬਾਬਾ ਵੀਰ ਸਿੰਘ ਜੀ ਮਹਾਂਪੁਰਖਾਂ ਦੇ ਕਿੰਨੇ ਗੁਰਦੁਆਰੇ ਬਣੇ ਨੇ, ਜਿੱਥੇ ਵੀ ਦੇਖੋ ਉੱਥੇ ਬਾਬਾ ਜੀ ਬਾਬਾ ਵੀਰ ਸਿੰਘ ਜੀ ਦਾ ਇਤਿਹਾਸ ਯਾਦ ਕੀਤਾ ਜਾਂਦਾ। ਸੋ ਪਰਉਪਕਾਰੀ ਸਨ। 50 ਸਿਪਾਹੀ ਲੈ ਕੇ ਜੈਮਲ ਸਿੰਘ ਥਾਣੇਦਾਰ 15 ਜੂਨ 1847 ਨੂੰ ਬਾਬਾ ਜੀ ਦੇ ਸਥਾਨ ਤੇ ਅੰਮ੍ਰਿਤਸਰ ਆਇਆ।
पर बाबा जी पहला ही पत्रावाज चुके सन। गुस्से विच थाणेदार ने बाबा जी की निगरानी लई नियत कीते जीवन सिंह पुलसीए नूं गिरफ्तार कर लिया। बाबा जी नूं इसने भजाया। बाबा जी ने इसने ही बाबा जी नूं तोरिया सी। जीवन सिंह नूं उस वेले छड्डिया गया जद उसने बाबा जी नूं गिरफ्तार कराउण दा विश्वास दवाया। गोरा शाही ने हुक्म किया कि जो बाबा जी नाल संपर्क रखेगा, पनाह देवेगा, उसका घर घाट जायदाद जगीर जब्त की जाएगी। बाबा जी की गिरफ्तारी लिए 1000 रुपये का इनाम रखा गया, जो मगरों 10,000 कर दिता गया। 23 जून 1847 नूं सरदार लहणा सिंह मजीठीए नूं हुक्म दिता गया कि वह अमृतसर जाके बाबा जी की कुल संपत्ति माल डंगर नीलाम कर देन। सरदार लहणा सिंह ने 6000 रुपये विच सारी जायदाद की नीलामी कर दी। गऊआं मझां घोड़े शहर के ग्रंथियां ते निहंगां ਸਿੰਘਾਂ विच वंड दिते गए। लाहौर के नज़दीक एक बार बरूद फट गया सी। गोरा शाही ने एक कारा भी बाबा महाराज सिंह जी का समझिया अते हुक्म चाढ़िया गया कि बाबा महाराज सिंह जी नाल संबंध रखण वालियां दे नक अते कन कट दिते जाण। साध संगत इन्नियां मुश्किलातां दा सामना करते हुए महापुरख फिर भी अपने मुरशद नाल अंदरों जुड़े रहे। अंग्रेज बाबा जी के प्रभाव नूं चंगी तरह समझते सन। फरंगी नूं ये भी शक सी कि महाराणी जिंदा ते बाबा महाराज सिंह मिल के गोरा शाही विरुद्ध जंग आरंभ करना चाहते हैं। इस करके 19 अगस्त 1847 ईस्वी विच महाराणी नूं कैद करके शेखूपुरे के किले विच बंद कर दिता। बाबा जी की सरगर्मी वेख के कुछ आदमी 100 साखी के आधार पर पिंडां विच कहण लग पे कि गोरियां दा राज खत्म होने वाला है। पिंडां विच इस प्रचार का बड़ा असर होया। प्रचार करन वाले व्यक्तियों विचों जीवन सिंह, बुद्ध सिंह, चेत सिंह फड़ के काले पानी भेजे गए। सो इस प्रकार साध संगत देखो, श्री गुरु अर्जन देव पातशाह जी की शहीदी हुई। धन गुरु अर्जन देव महाराज सच्चे पातशाह जी दे समय ते ही साध संगत श्री गुरु हरगोबिंद साहब महाराज जी का अवतार जदों होया, उन्हां दे कमरे च सप छड़ दिता। जिहड़ी वो दाई सी अस्थना नूं जहर लगा के वो दुध दे रही है, मारना चाहती है, जिवें पूतना ने किया कृष्ण भगवान जी नाल। मतलब की कुछ करते रहे, पर जिन्ने भी रब दे प्यारे अवतारी पुरख महापुरख साध संगत वो अज भी जीवत ने। उन्हां दा अज भी नाम लईए, इतिहास पढ़ीए तो मन नूं शांति मिलती है। जिन्हां दियां जिंदगियां कुटल रहीआं वो पता नहीं किहड़े नरकां दे विच सड़दे ते जलदे रहिंदे ने। अगला प्रसंग आपां कल पढ़ांगे। सारी संगत दा धन्नवाद जी। मैं हमेशा पढ़द्या महापुरखां दियां जीवनियां साध संगत सारी जिंदगी जिन्नी क मेरी 62 साल की उम्र है, 40-42 साल की उम्र महापुरखां दे विच बीती, पर बचपन तो भी साधुआं दी संगत विच ही रहे हाँ। छोटी जी उम्र तो लैके अमृतसर दे विच कितने पुरातन महात्मावां दे दर्शन गुरु महाराज गुरु रामदास सच्चे पातशाह की कृपा द्वारा होंदे रहे। सो अंदर एक साध संगत इश्क है साधुआं प्रति कि वाकया ही कमाई वालियां दा जीवन पढ़िए सुनिए तो साध संगत आपां दे अंदर चढ़दी कला बनती है। मैं पिंडरां वाले महापुरखां दा बहुत सुनदा रहा वक्तव्य, तो जदों सुनना अंदर जोश आना बड़ा, कहना भी असी भी जुझारू ਸਿੰਘਾਂ ਵਿੱਚ शहीदी पाने। जेल विच भी मैं गया जदों मोर्चा लग गया संतां दे टाइम ते। सो कहण तो मुराद है कि साध संगत अज साडे कवीशर, ढाडी, प्रचारक, रागी, ग्रंथी जिन्ने भी ने ये सारे ही साडी विरासत ने।
ਗ੍ਰੰਥੀਆਂ ਨੇ ਪਾਠ ਕਰਕੇ ਸੁਣਾਉਣੇ, ਰਾਗੀਆਂ ਨੇ ਕੀਰਤਨ ਕਰਨਾ ਹੈ ਜੀ, ਪ੍ਰਚਾਰਕਾਂ ਨੇ ਪ੍ਰਚਾਰ ਕਰਨਾ, ਢਾਡੀਆਂ ਨੇ ਬਾਹੂਬਲ ਪੈਦਾ ਕਰਨੇ, ਕਵੀਸ਼ਰਾਂ ਨੇ ਵੀ ਸਾਧ ਸੰਗਤ ਵਾਰਾਂ ਸੁਣਾ ਕੇ ਬਾਹੂਬਲ ਪੈਦਾ ਕਰਨੇ। ਪਰ ਨਮੋਸ਼ੀ ਉੱਥੇ ਆਉਂਦੀ ਹੈ ਕਿ ਜਦੋਂ ਮਾਇਆ ਤੇ ਵਿਕ ਜਾਂਦੇ ਨੇ। ਛੋਟੀ ਜ਼ਬਾਨ ਵੱਡੀ ਗੱਲ ਸਾਧ ਸੰਗਤ, ਪਰ ਫਿਰ ਵੀ ਇਹਨਾਂ ਕਰਕੇ ਇਤਿਹਾਸ ਪ੍ਰਚਾਰਿਆ ਜਾਂਦਾ ਹੈ। ਵਾਹਿਗੁਰੂ ਕਿਰਪਾ ਕਰਨ, ਨਿਤਨੇਮੀ ਪ੍ਰੇਮੀ ਧਰਮ ਦਾ ਪ੍ਰਚਾਰ ਕਰਨ, ਸੰਗਤਾਂ ਜੁੜੀਆਂ ਰਹਿਣ। ਗੁਰੂ ਨਾਨਕ ਕਲਗੀਧਰ ਸੱਚੇ ਪਾਤਸ਼ਾਹ 10 ਪਾਤਸ਼ਾਹਾਂ ਦਾ ਜੀਵਨ ਬੜਾ ਹੀ ਵਿਚਿੱਤਰ, ਬਹੁਤ ਵਿਚਿੱਤਰ ਸਾਗਰ ਹੈ। ਪਰ ਇਹਨਾਂ ਦੀ ਸਿੱਖੀ ਸਾਧੂ ਜਿਤਨੇ ਵੀ ਹੋਏ ਉਹਨਾਂ ਦਾ ਵੀ ਵਿਸ਼ਾਲ ਇਤਿਹਾਸ ਹੈ। ਆਪ ਜੀ ਸਰਵਣ ਕਰਦੇ ਰਹੋ, ਸਾਰੀ ਜ਼ਿੰਦਗੀ ਲੰਘ ਜਾਏ, ਕਮਾਈ ਵਾਲਿਆਂ ਦੀਆਂ ਪੁਸਤਕਾਂ ਤੇ ਪੋਥੀਆਂ ਤੇ ਗ੍ਰੰਥ ਮੁੱਕਣ 'ਚ ਕਦੇ ਨਹੀਂ ਆਉਣਗੇ। ਆਪ ਜੀ ਨੂੰ ਯਾਦ ਹੈ ਕਿ 2 ਸਾਲ ਪਹਿਲੇ ਗਿਆਨੀ ਗੁਰਜੰਟ ਸਿੰਘ ਜੀ ਪਟਿਆਲਾ ਹੁਣ ਵੀ ਮੀਆਂਵਿੰਡ ਆਏ ਸੀ, ਅਸੀਂ ਉਹਨਾਂ ਨੂੰ ਬੁਲਾਇਆ ਸੀ। ਬੜੇ ਛੋਟੀ ਉਮਰ ਦੇ ਨੇ, ਬੜੇ ਵਿਦਵਾਨ ਨੇ। ਉਹ ਕਹਿੰਦੇ ਸੀ ਵੀ ਬਹੁਤ ਵੱਡਾ ਮੇਰੇ ਕੋਲ ਇੱਕ ਹਾਲ ਕਮਰਾ ਹੈ ਜਿਹਦੇ ਵਿੱਚ ਬਹੁਤ ਪੁਰਾਤਨ ਮੈਂ ਗ੍ਰੰਥ ਰੱਖੇ ਹੋਏ ਨੇ, ਬਹੁਤ ਗ੍ਰੰਥਾਂ ਦੀ ਮੈਂ ਸਟੱਡੀ ਕਰਦਾ ਰਹਿਣਾ। ਪਰ ਮੈਂ ਇਹਨਾਂ ਨੂੰ ਕਈ ਵਾਰੀ ਵੇਖਦਾ ਕਿ ਕਮਾਈ ਵਾਲਿਆਂ ਦੀ ਕਿੱਡੀ ਕਮਾਈ ਹੈ, ਅਸੀਂ ਇਸ ਨੂੰ ਕਈ ਜ਼ਿੰਦਗੀਆਂ ਲਾ ਦਈਏ ਤੇ ਇਸ ਗਿਆਨ ਸਮੱਗਰ ਨੂੰ ਪੜ੍ਹ ਨਹੀਂ ਸਕਦੇ। ਤੇ ਜੇ ਅਸੀਂ ਇਸ ਤੇ ਸਥਿਤੀ ਕਰਨੀ ਹੋਵੇ ਤੇ ਫਿਰ ਪਤਾ ਨਹੀਂ ਕਿੰਨੇ ਸੈਂਕੜੇ ਜਨਮ ਲੱਗ ਜਾਣ। ਸੋ ਇਸ ਕਰਕੇ ਕਮਾਈ ਵਾਲਿਆਂ ਦੇ ਬਚਨ ਸੁਣਨੇ, ਉਹਨਾਂ ਦੀ ਸੰਗਤ ਕਰਨੀ, ਸਾਡਾ ਇਹਦੇ ਨਾਲ ਲੋਕ ਤੇ ਪਰਲੋਕ ਸੁਧਰਦਾ। ਸੰਗਤ ਦਾ ਧੰਨਵਾਦ। ਜਿੰਨੀ ਸੰਗਤ ਇਸ ਵੇਲੇ ਲਾਈਵ ਸੁਣ ਰਹੀ ਹੈ, ਘਰਾਂ 'ਚ ਬੈਠੇ, ਕੰਮਾਂ ਕਾਰਾਂ 'ਚ, ਗੱਡੀਆਂ ਮੋਟਰਾਂ 'ਚ, ਜਿੱਥੇ ਵੀ ਤੁਸੀਂ ਬੈਠੇ ਸੁਣ ਰਹੇ ਹੋ, ਮੈਂ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ। ਆਪ ਜੁੜਦੇ ਹੋ, ਹੋਰਨਾਂ ਨੂੰ ਜੋੜਦੇ ਹੋ, ਕਮਾਈਆਂ ਕਰਦੇ ਹੋ, ਅੱਛੀਆਂ ਕਮਾਈਆਂ ਕਰੋ, ਵੰਡ ਕੇ ਛਕੋ, ਨਾਮ ਜਪੋ, ਗੁਰਸਿੱਖੀ ਜੀਵਨ ਜਿਓ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।